श्लोक महला तीजा। सतगुर की सेवा चाकरी, सुखी हूं सुखसार। इत्थे सुखी शब्द ਨੂੰ ਬਿੰਦੀ ਲਗਾ ਕੇ ਪੜਾਂਗੇ। ਸੁਖੀ ਦਾ ਮਤਲਬ ਸੁਖਾਂ ਵਿੱਚੋਂ, ਤੇ ਸਾਰ ਦਾ ਮਤਲਬ ਹੈ ਤਤ, ਨਿਚੋੜ। ਸੁਖੀ ਹੂੰ ਸੁਖਸਾਰ ਦਾ ਮਤਲਬ ਚੰਗੇ ਤੋਂ ਚੰਗੇ ਸੁਖ ਦਾ ਤਤ। ਸਤਿਗੁਰ ਕੀ ਸੇਵਾ ਚਾਕਰੀ ਦਾ ਭਾਵ ਹੈ ਕਿ ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ, ਚੰਗੇ ਤੋਂ ਚੰਗੇ ਸੁਖ ਦਾ ਤਤ। ਯਾਨੀ ਸਾਰੇ ਸੁਖ ਮਿਲ ਜਾਂਦੇ ਨੇ ਜੇ ਅਸੀਂ ਗੁਰੂ ਦੇ ਦੱਸੇ ਜੀਵਨ ਰਾਸਤੇ ਨੂੰ ਅਪਣਾਉਂਦੇ ਹਾਂ। ਗੁਰੂ ਦੀ ਸੇਵਾ ਕਰਨ ਦਾ ਭਾਵ ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਣਾ। ਇਹ ਸਾਰੇ ਸੁੱਖਾਂ ਦਾ ਤੱਤ ਸਾਰ ਹੈ, ਸਾਰੇ ਸੁੱਖਾਂ ਦਾ ਮੂਲ ਹੈ। ਯਾਨੀ ਸਾਰੇ ਦੇ ਸਾਰੇ ਸੁੱਖ ਮਿਲ ਜਾਂਦੇ ਨੇ ਉਸ ਨੂੰ ਜੋ ਗੁਰੂ ਦੇ ਦੱਸੇ ਹੋਏ ਜੀਵਨ ਰਾਸਤੇ ਤੇ ਚੱਲਦਾ ਹੈ। ਇੱਥੇ ਮਿਲਨ ਵਡਿਆਈਆਂ, ਦਰਗਾਹ ਮੋਖ ਦੁਆਰ। ਇੱਥੇ ਦਾ ਮਤਲਬ ਇਸ ਸਾਰੇ ਦੇ ਸਾਰੇ ਜੀਵਨ ਵਿੱਚ ਜੋ ਸਾਡਾ ਜੀਵਨ ਬੀਤ ਰਿਹਾ ਹੈ ਪ੍ਰੈਜ਼ੈਂਟ ਵਿੱਚ, ਇੱਥੇ ਮਿਲਨ ਵਡਿਆਈਆਂ, ਗੁਰੂ ਦੀ ਦੱਸੀ ਸੇਵਾ ਚਾਕਰੀ ਕੀਤਿਆਂ, ਗੁਰੂ ਦੇ ਦੱਸੇ ਜੀਵਨ ਰਾਸਤੇ ਨੂੰ ਅਪਣਾਇਆ, ਸਾਨੂੰ ਵਡਿਆਈਆਂ ਮਿਲਦੀਆਂ ਨੇ, ਮਾਨ ਆਦਰ ਔਰ ਸਤਿਕਾਰ ਮਿਲਦਾ ਹੈ। ਦਰਗਾਹ ਮੋਖ ਦੁਆਰ ਔਰ ਮੋਕਸ਼ ਦੁਆਰਾ ਮਿਲ ਜਾਂਦਾ ਹੈ। ਮੋਖ ਦੁਆਰ ਦਾ ਮਤਲਬ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਮੁਕਤੀ ਮਿਲ ਜਾਂਦੀ ਹੈ। ਤੇ ਮੁਕਤੀ ਕੀ ਹੈ? ਵਿਕਾਰਾਂ ਤੋਂ ਖੁਲਾਸੀ। ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵਿਕਾਰਾਂ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਜੀਣਾ ਹੀ ਮੁਕਤੀ ਹੈ। ਜਿਵੇਂ ਗੁਰਦੇਵ ਦਾ ਪਾਵਨ ਬਾਣੀ ਵਿੱਚ ਬਚਨ ਵੀ ਹੈ, ਉਸਤਤ ਨਿੰਦਿਆ ਨਾਹੇ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪਾਵਨ ਉਪਦੇਸ਼ ਵੀ ਹੈ, ਜੀਵਨ ਮੁਕਤੀ ਦੇ ਸਿਧਾਂਤ ਜੋ ਪੇਸ਼ ਕੀਤੇ ਨੇ, ਤੇ ਗੁਰੂ ਪਾਤਸ਼ਾਹ ਜੀ ਨੇ ਜੀਵਨ ਮੁਕਤ ਪੁਰਸ਼ ਦੇ ਲਕਸ਼ਣ ਦੱਸੇ ਨੇ। ਉਹ ਕਿਹੜੇ ਲਕਸ਼ਣ ਨੇ ਜੋ ਸਾਨੂੰ ਇਹ ਦੱਸ ਸਕਦੇ ਨੇ ਕਿ ਇਹ ਇਨਸਾਨ ਜੀਵਨ ਮੁਕਤ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨਹਿ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਾਗਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰਕੋ ਪੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਪਾਨੀ। ਤਾਂ ਦਰਗਾਹ ਮੋਖ ਦੁਆਰ ਤੋਂ ਭਾਵ ਕਿ ਉਹਨੂੰ ਮੋਕਸ਼ ਪਦਵੀ ਮਿਲਦੀ ਹੈ ਔਰ ਉਹਨੂੰ ਰੱਬ ਦੀ ਹਜ਼ੂਰੀ ਮਿਲਦੀ ਹੈ, ਰੱਬ ਦੇ ਵਿੱਚੋਂ ਅਪੇਦ ਹੋ ਜਾਂਦਾ ਹੈ ਔਰ ਰੱਬ ਦਾ ਮਿਲਾਪ ਹਾਸਲ ਕਰਦਾ ਹੈ, ਔਰ ਨਾਲ ਇਸ ਦੁਨੀਆ ਦੇ ਅੰਦਰ ਮਾਨ ਆਦਰ ਔਰ ਸਤਿਕਾਰ ਉਸ ਨੂੰ ਮਿਲਦਾ ਹੈ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ, ਸੱਚ ਨਾਮ ਆਧਾਰ। ਜੋ ਸਤਿਗੁਰ ਦੀ ਦੱਸੀ ਹੋਈ ਸੇਵਾ ਕਰਦੇ ਨੇ, ਜੀਵਨ ਅਪਣਾਉਂਦੇ ਨੇ, ਜੀਵਨ ਜੁਗਤ ਦੇ ਧਾਰਨੀ ਹੁੰਦੇ ਨੇ, ਸੱਚੀ ਕਾਰ ਕਮਾਵਣੀ, ਉਹ ਹਮੇਸ਼ਾ ਸੱਚੀ ਕਾਰ ਕਰਦੇ ਨੇ। ਯਾਨੀ ਉਹਨਾਂ ਦੇ ਜੀਵਨ ਦਾ ਜੋ ਬੇਸ ਹੈ ਉਹ ਸੱਚ ਹੁੰਦਾ ਹੈ। ਹੁਣ ਆਮ ਲੋਕ ਨੇ, ਕਰਮ ਤਾਂ ਕਰ ਰਹੇ ਨੇ, ਕਿਰਤ ਕਰਦੇ ਨੇ, ਦੁਕਾਨ ਚਲਾ ਰਹੇ ਨੇ, ਜੌਬ ਕਰ ਰਹੇ ਨੇ, ਵਪਾਰ ਕਰ ਰਹੇ ਨੇ, ਖੇਤੀਬਾੜੀ ਕਰਦੇ ਨੇ, ਘਰ ਪਰਿਵਾਰ ਨੂੰ ਚਲਾ ਰਹੇ ਨੇ, ਧਰਮ ਸਥਾਨਾਂ ਵਿੱਚ ਜਾਂਦੇ ਨੇ, ਕਾਰ ਤਾਂ ਕਰ ਰਹੇ ਨੇ। ਲੇਕਿਨ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਦੇ ਕਰਮ ਦਾ ਬੇਸ ਸੱਚ ਹੋਵੇ। ਹੋ ਸਕਦਾ ਹੈ ਕੋਈ ਝੂਠ ਚ ਬੋਲਦਾ ਹੋਵੇ, ਰਿਸ਼ਵਤ ਲੈਂਦਾ ਹੋਵੇ, 2 ਨੰਬਰ ਦੇ ਧੰਦੇ ਕਰਦਾ ਹੋਵੇ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਜੋ ਇਨਸਾਨ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਉਹ ਸੱਚੀ ਕਾਰ ਕਰਦੇ ਨੇ। ਉਹਨਾਂ ਦੇ ਜੀਵਨ ਦਾ ਬੇਸ ਸੱਚ ਹੁੰਦਾ ਹੈ। ਚਾਹੇ ਉਹ ਖੇਤੀ ਕਰਨ, ਦੁਕਾਨ ਕਰਨ, ਵਪਾਰ ਕਰਨ, ਨੌਕਰੀ ਪੇਸ਼ਾ ਕਰਨ, ਜਾਂ ਉਹ ਗ੍ਰਸਤੀ ਜ਼ਿੰਦਗੀ ਜੋ ਵੀ ਜੀ ਰਹੇ ਨੇ, ਉਹਨਾਂ ਦੇ ਜੀਵਨ ਦਾ ਕਰਮ ਦਾ ਬੇਸ ਸੱਚ ਹੈ। ਸੱਚ ਪਹਿਨਣ, ਉਹਨਾਂ ਦਾ ਪਹਿਨਣਾ ਸੱਚ ਹੈ। ਦੇਖੋ, ਆਪਣੇ ਪਰਦੇ ਢੱਕਣ ਵਾਸਤੇ ਕਿੰਨੇ ਸਾਰੇ ਲੋਕ ਕਰਮ ਕਰਦੇ ਨੇ, ਔਰ ਕਿਸੇ ਨੇ ਈਰਖਾ ਦਾ ਪਹਿਨਾਵਾ ਪਹਿਨਿਆ ਹੋਇਆ ਹੈ, ਕਿਸੇ ਨੇ ਲੋਭ ਦਾ, ਕਿਸੇ ਨੇ ਮੋਹ ਔਰ ਹੰਕਾਰ ਦਾ। ਲੇਕਿਨ ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਦਾ ਪਹਿਨਣ ਵੀ ਸੱਚ ਹੈ, ਭਾਵ ਕਿ ਉਹ ਸੱਚ ਨੂੰ ਹੀ ਆਪਣੇ ਇੱਜ਼ਤ ਪੱਤ ਢੱਕਣ ਦਾ ਵਸੀਲਾ ਬਣਾਉਂਦੇ ਨੇ। ਪ੍ਰੇਮ ਪਟੋਲਾ ਤੈਂ ਸ਼ੋਹ ਦਿੱਤਾ, ਢੱਕਣ ਕੂ ਪੱਤ ਮੇਰੀ,
ਉਹਨਾਂ ਦਾ ਪਹਿਨਣਾ ਸੱਚ ਹੈ। ਸੱਚ ਨਾਮ ਆਧਾਰ, ਸੱਚ ਨਾਮ ਦਾ ਮਤਲਬ ਸੱਚਾ ਹੁਕਮ, ਆਧਾਰ ਦਾ ਮਤਲਬ ਬੇਸ। ਜੋ ਰੱਬ ਦਾ ਸੱਚਾ ਹੁਕਮ ਹੈ ਉਹੀ ਉਹਨਾਂ ਦੇ ਜੀਵਨ ਦਾ ਬੇਸ ਹੈ, ਉਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ। ਸੱਚੇ ਹੁਕਮ ਦੇ ਆਸਰੇ ਹੀ ਉਹ ਜ਼ਿੰਦਗੀ ਜੀਂਦੇ ਨੇ। ਤਾਂ ਸੱਚੀ ਕਾਰ ਕਮਾਉਣ ਯੋਗ ਹੈ, ਉਹ ਸੱਚੀ ਕਾਰ ਨੂੰ ਕਮਾਉਂਦੇ ਨੇ। ਇਸ ਦੇ ਨਾਲ ਮਨੁੱਖ ਦੇ ਪਰਦੇ ਢੱਕੇ ਜਾਂਦੇ ਨੇ, ਭਾਵ ਕਿ ਸੱਚ ਦੇ ਨਾਲ ਉਹਨਾਂ ਦਾ ਇੱਜ਼ਤ ਮਾਨ ਰਹਿੰਦਾ ਹੈ। ਔਰ ਸੱਚਾ ਜੋ ਨਾਮ ਹੈ, ਸੱਚਾ ਜੋ ਹੁਕਮ ਹੈ, ਰੱਬ ਦੀ ਸੱਚੀ ਸਿਫਤ ਸਲਾਹ ਹੈ, ਇਹੀ ਉਹਨਾਂ ਦੇ ਜੀਵਨ ਦਾ ਬੇਸ ਹੁੰਦਾ ਹੈ। ਇਹ ਨਿਸ਼ਾਨੀਆਂ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਦਾ। ਸੱਚੀ ਸੰਗਤ ਸੱਚ ਮਿਲੇ, ਸੱਚੇ ਨਾਏ ਪਿਆਰ। ਸੱਚੀ ਸੰਗਤ ਵਿੱਚ ਰਹਿਣ ਦੇ ਨਾਲ, ਸੱਚ ਦੇ ਵਿੱਚ ਮਿਲਣ ਦੇ ਨਾਲ, ਸੱਚ ਦੇ ਨਾਲ ਪਿਆਰ ਹੋ ਜਾਂਦਾ ਹੈ ਔਰ ਸਦਾ ਹੀ ਪ੍ਰਭੂ ਦੇ ਅੰਦਰ ਬੰਦੇ ਦੀ ਸਮਾਈ ਹੁੰਦੀ ਹੈ। ਸੱਚੀ ਸੰਗਤ ਵਿੱਚ ਰਹਿਣ ਨਾਲ ਸੱਚ ਮਿਲੇ ਦਾ ਮਤਲਬ ਬੰਦਾ ਸੱਚ ਵਿੱਚ ਮਿਲ ਜਾਂਦਾ ਹੈ। ਸੱਚੇ ਨਾਏ ਪਿਆਰ, ਨਾਏ ਦਾ ਮਤਲਬ ਹੁਕਮ, ਜੋ ਪ੍ਰਭੂ ਦਾ ਹੁਕਮ ਹੈ ਉਸ ਦੇ ਵਿੱਚ ਪਿਆਰ ਬਣਦਾ ਹੈ। ਕਿਵੇਂ ਬਣਦਾ ਹੈ? ਜਦੋਂ ਅਸੀਂ ਸੱਚੀ ਸੰਗਤ ਵਿੱਚ ਮਿਲਦੇ ਹਾਂ, ਗੁਰੂ ਦੀ ਪਾਵਨ ਹਜ਼ੂਰੀ ਵਿੱਚ ਬਹਿੰਦੇ ਹਾਂ, ਜਾਂ ਸੱਚੇ ਇਨਸਾਨਾਂ ਦੀ ਸੰਗਤ ਕਰਦੇ ਹਾਂ, ਜਾਂ ਆਪਸ ਵਿੱਚ ਜਦੋਂ ਸੱਚ ਦੀ ਵਿਚਾਰ ਕਰਦੇ ਹਾਂ, ਤਾਂ ਸੱਚ ਦੀ ਵਿਚਾਰ ਕਰਨ ਦੇ ਨਾਲ ਹੀ ਬੰਦਾ ਸੱਚ ਦੇ ਅੰਦਰ ਮਿਲਦਾ ਹੈ ਔਰ ਤਾਂ ਹੀ ਸੱਚ ਦੇ ਨਾਲ ਪ੍ਰੀਤ ਬਣਦੀ ਹੈ। ਇਸ ਲਈ ਗੁਰਦੇਵ ਨੇ ਸਤਸੰਗਤ ਦੀ ਜੋ ਹੈ ਨਿਸ਼ਾਨੀ ਦੱਸੀ ਹੈ ਕਿ ਸਤਸੰਗਤ ਵਾਸਤਵ ਵਿੱਚ ਕੀ ਹੈ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀ। ਕਿ ਇੱਕ ਨਾਮ ਹੀ ਹੁਕਮ ਹੈ ਔਰ ਜਿੱਥੇ ਹੁਕਮ ਦੀ ਵਿਚਾਰ ਹੁੰਦੀ ਹੈ ਉਹੀ ਸੱਚ ਦੀ ਸੰਗਤ ਹੈ। ਔਰ ਸੰਗਤ ਗੁਰੂ ਦਾ ਸਕੂਲ ਹੈ, ਜਿੱਥੇ ਅਸੀਂ ਸੱਚੇ ਰੱਬ ਦੇ ਗੁਣ ਸਿੱਖਣੇ ਨੇ, ਉਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਨਾ ਹੈ। ਤਾਂ ਗੁਰੂ ਜੀ ਕਹਿੰਦੇ ਹਨ, ਸੱਚੀ ਸੰਗਤ ਵਿੱਚ ਬੰਦਾ ਜਦੋਂ ਮਿਲਦਾ ਹੈ, ਉਹਦਾ ਸੱਚ ਦੇ ਨਾਲ ਪਿਆਰ ਬਣਦਾ ਹੈ ਤੇ ਉਹ ਸੱਚ ਦੇ ਅੰਦਰ ਹੀ ਸਮਾ ਜਾਂਦਾ ਹੈ, ਸੱਚ ਦੇ ਵਿੱਚ ਹੀ ਮਿਲ ਜਾਂਦਾ ਹੈ। ਸੱਚੇ ਸ਼ਬਦ ਹਰਕ ਸਦਾ, ਦਰ ਸੱਚੇ ਸਚਿਆਰ। ਸ਼ਬਦ ਦਾ ਮਤਲਬ ਸ਼ਬਦ ਦੇ ਰਾਹੀਂ, ਸੱਚੇ ਸ਼ਬਦ ਦਾ ਮਤਲਬ ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ, ਯਾਨੀ ਗੁਰੂ ਦੀ ਵਿਚਾਰਧਾਰਾ ਰਾਹੀਂ, ਗੁਰੂ ਦਾ ਜੋ ਸੱਚਾ ਗਿਆਨ ਹੈ ਉਸ ਰਾਹੀਂ ਜ਼ਿੰਦਗੀ ਜੀਵਿਆਂ ਹਰਕ ਸਦਾ ਮਨੁੱਖੀ ਮਨ ਦੇ ਅੰਦਰ ਹਮੇਸ਼ਾ ਖੁਸ਼ੀ ਬਣੀ ਰਹਿੰਦੀ। ਸੱਚੇ ਸ਼ਬਦ, ਸੱਚੇ ਉਪਦੇਸ਼ ਰਾਹੀਂ, ਸੱਚੇ ਗਿਆਨ ਰਾਹੀਂ ਜੋ ਗੁਰੂ ਦੀ ਕਾਰ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਨਾਲ, ਗੁਰੂ ਦੇ ਉਪਦੇਸ਼ ਨੂੰ ਅਪਣਾਉਣ ਦੇ ਨਾਲ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ ਨਾਲ ਹਰਕ ਸਦਾ ਖੁਸ਼ੀ ਬਣੀ ਰਹਿੰਦੀ ਹੈ, ਸਦਾ ਮਨ ਦੇ ਅੰਦਰ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਦਰ ਸੱਚੇ ਸਚਿਆਰ, ਔਰ ਸੱਚੇ ਪ੍ਰਭੂ ਦੇ ਦਰ ਤੇ ਬੰਦਾ ਸਚਿਆਰ ਹੁੰਦਾ ਹੈ, ਭਾਵ ਕਿ ਸੁਰਖਰੂ ਹੁੰਦਾ ਹੈ। ਜੋ ਸਚਿਆਰ ਇਨਸਾਨ ਹੈ ਉਹ ਕਿਤੇ ਵੀ ਚਲਾ ਜਾਏ ਉਹਨੂੰ ਮਾਨ ਆਦਰ ਔਰ ਸਤਿਕਾਰ ਮਿਲੇਗਾ। ਤੇ ਸੁਰਖਰੂ ਉਹੀ ਬੰਦਾ ਹੋਏਗਾ ਜੋ ਮਨ ਬਚਨ ਔਰ ਕਰਮ ਕਰਕੇ ਸੱਚਾ ਹੈ, ਜਿਸ ਦੀਆਂ ਭਾਵਨਾਵਾਂ ਸੱਚੀਆਂ ਨੇ, ਬੋਲ ਸੱਚੇ ਨੇ, ਬਿਹੇਵੀਅਰ ਸੱਚਾ ਹੈ। ਤਾਂ ਸੱਚੇ ਸ਼ਬਦ ਦੀ ਬਰਕਤ ਨਾਲ ਮਨੁੱਖੀ ਮਨ ਦੇ ਅੰਦਰ ਹਮੇਸ਼ਾ ਖੁਸ਼ੀ ਬਣੀ ਰਹਿੰਦੀ ਹੈ ਔਰ ਪ੍ਰਭੂ ਦੀ ਹਜ਼ੂਰੀ ਦੇ ਅੰਦਰ, ਯਾਨੀ ਜਿੱਥੇ ਯੂਨੀਵਰਸਲ ਟਰੁੱਥ ਦੇ ਬੇਸ ਤੇ ਫੈਸਲੇ ਹੁੰਦੇ ਨੇ, ਉੱਥੇ ਬੰਦਾ ਸੁਰਖਰੂ ਹੁੰਦਾ ਹੈ, ਪੂਰਾ ਉਤਰਦਾ ਹੈ। ਨਾਨਕ ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਨਦਰ ਕਰੇ ਕਰਤਾਰ। हे ਨਾਨਕ, ਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ ਜਿਸ ਉੱਤੇ ਪ੍ਰਭੂ ਦੀ ਮਿਹਰ ਹੈ, ਪ੍ਰਭੂ ਦੀ ਰਹਿਮਤ ਹੈ। ਇਹ ਆਪਾਂ ਗੱਲ ਬਾਰ-ਬਾਰ ਸਪਸ਼ਟ ਕਰ ਚੁੱਕੇ ਹਾਂ ਕਿ ਪ੍ਰਭੂ ਦੀ ਰਹਿਮਤ ਚਾਰ ਚੁਫੇਰੇ ਹਰ ਵਕਤ ਬਰਸ ਰਹੀ ਹੈ। ਕੋਈ ਵੀ ਥਾਂ ਐਸਾ ਨਹੀਂ ਜੋ ਰੱਬੀ ਮਿਹਰ ਤੋਂ ਖਾਲੀ ਹੋਵੇ। ਰੱਬ ਦੀ ਮਿਹਰ ਤੋਂ ਬਿਨਾ, ਰੱਬ ਦੀ ਕਿਰਪਾ ਤੋਂ ਬਿਨਾ ਇਸ ਦੁਨੀਆ ਦੇ ਅੰਦਰ ਕੁਝ ਹੈ ਹੀ ਨਹੀਂ। ਨਿੱਕੇ ਜਿਹੇ ਕਿਣਕੇ ਤੋਂ ਲੈ ਕੇ ਵੱਡੇ ਸਾਰੇ ਬ੍ਰਹਿਮੰਡ ਤੱਕ ਇਹ ਸਾਰਾ ਕੁਝ ਰੱਬ ਦੀ ਕਿਰਪਾ ਹੀ ਤੇ ਹੈ। ਸਾਡਾ ਜੀਵਨ, ਸਾਨੂੰ ਮਾਂ-ਬਾਪ ਮਿਲੇ ਜਾਂ ਜੋ ਵੀ ਇਸ ਸੰਸਾਰ ਦੇ ਅੰਦਰ ਦਿਸ ਰਿਹਾ ਹੈ, ਇਹ ਰੱਬ ਦੀ ਰਹਿਮਤ ਹੀ ਤੇ ਹੈ। ਜੋ ਰੱਬ ਨੇ ਸਾਨੂੰ ਦਿਮਾਗ ਦਿੱਤਾ ਹੈ, ਸਾਡੇ ਅੰਦਰ ਗੁਣ ਪਾਏ ਨੇ, ਇਹ ਸਾਰਾ ਕੁਝ ਰੱਬ ਦੀ ਰਹਿਮਤ ਹੀ ਤਾਂ ਹੈ। ਬਸ ਅਸੀਂ ਇਸ ਰਹਿਮਤ ਨੂੰ ਵਰਤਣਾ ਹੈ, ਅਸੀਂ ਇਸ ਰਹਿਮਤ ਨੂੰ ਵਰਤਣਾ ਹੈ ਔਰ ਵਰਤਣਾ ਹੈ ਸੱਚੇ ਢੰਗ ਦੇ ਨਾਲ।
ਵਰਤਣਾ ਹੈ ਸੁਚੱਜੇ ਢੰਗ ਦੇ ਨਾਲ, ਕਿਉਂਕਿ ਕਿਸੇ ਵੀ ਚੀਜ਼ ਦੀ ਵਰਤੋਂ ਜਿਹੜੀ ਹੈ ਨਾ, ਉਹ ਸੁੱਖ ਜਾਂ ਦੁੱਖ ਪੈਦਾ ਕਰਦੀ ਹੈ। ਅੱਗ ਦੇ ਨਾਲ ਬੇਸ਼ੱਕ ਤੁਸੀਂ ਭੋਜਨ ਪਦਾਰਥ ਬਣਾ ਕੇ ਖਾ ਸਕਦੇ ਹੋ, ਤੇ ਅੱਗ ਦੇ ਨਾਲ ਜੇ ਕੋਈ ਪੈਟਰੋਲ ਪਾ ਕੇ ਅੱਗ ਲਾ ਲੈ ਤੇ ਉਹ ਸਰੀਰ ਉਹਦਾ ਸੜ ਵੀ ਸਕਦਾ ਹੈ। ਅੱਗ ਹੈ, ਉਹਦੀ ਵਰਤੋਂ ਅਸੀਂ ਕਿਵੇਂ ਕਰਾਂਗੇ, ਉਹ ਵਰਤੋਂ ਦਾ ਢੰਗ ਸੁੱਖ ਔਰ ਦੁੱਖ ਪੈਦਾ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਤੇ ਰੱਬ ਨੇ ਨਜ਼ਰ ਕੀਤੀ, ਭਾਵ ਜੋ ਰੱਬੀ ਰਹਿਮਤ ਦਾ ਪਾਤਰ ਬਣਿਆ, ਉਹ ਇਨਸਾਨ ਫਿਰ ਸਤਿਗੁਰ ਦੀ ਸੇਵਾ ਕਰਦਾ ਹੈ। ਜੋ ਰੱਬ ਦੀ ਰਹਿਮਤ ਦਾ ਪਾਤਰ ਬਣਦਾ ਹੈ ਨਾ, ਜਾਂ ਰੱਬ ਦੀ ਰਹਿਮਤ ਦਾ ਪਾਤਰ ਬਣਨਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਇੱਕ ਹੀ ਨਿਯਮ ਹੈ ਕਿ ਉਹ ਗੁਰੂ ਦੇ ਦੱਸੇ ਰਾਹਾਂ ਦੇ ਉੱਤੇ ਤੁਰੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰੇ। ਮਹਿਲਾ ਤੀਜਾ, ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗਵਾਸ। ਤ੍ਰਿਗ ਦਾ ਮਤਲਬ ਲਾਨਤ, ਫਿਟਕਾਰ। ਵਾਸ ਦਾ ਮਤਲਬ ਨਿਵਾਸ ਯਾਨੀ ਵਸਣਾ। ਚਾਕਰੀ ਦਾ ਮਤਲਬ ਨੌਕਰੀ, ਸੇਵਾ। ਵਿਡਾਣੀ ਦਾ ਮਤਲਬ ਬਿਗਾਨੀ। ਹੋਰ ਵਿਡਾਣੀ ਚਾਕਰੀ, ਇੱਕ ਰੱਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਕਿਸੇ ਹੋਰ ਦੀ ਕਾਰ ਕਰਨੀ, ਮੀਨਸ ਰੱਬੀ ਹੁਕਮ ਤੋਂ ਉਲਟ ਜੀਣਾ। ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਛੱਡ ਕੇ ਕੀ ਹੋਰ ਕਰਮ ਕਰਨੇ, ਜਿਵੇਂ ਆ ਕਰਮ ਕਾਂਡੀ ਲੋਕ ਦੱਸਦੇ ਨੇ, ਉਹਨਾਂ ਕਰਮ ਕਾਂਡਾਂ ਨੂੰ ਕਰਨਾ, ਮੜੀਆਂ ਦੀ ਕਬਰਾਂ ਦੀ ਪੂਜਾ ਕਰਨੀ, ਗ੍ਰਹਿ ਨਕਸ਼ਤਰਾਂ ਦੇ ਫਲ ਦੇ ਵਿੱਚ ਵਿਸ਼ਵਾਸ ਕਰਨਾ, ਜਾਂ ਹੋਰ ਜਿੰਨੇ ਵੀ ਐਸੇ ਕਰਮ ਨੇ, ਬਹੁਤ ਸਾਰੇ ਗਿਣੇ ਜਾ ਸਕਦੇ ਨੇ। ਰੱਬੀ ਗੁਣਾਂ ਨੂੰ ਛੱਡ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਹੋ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ, ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜਿਉਣਾ ਔਰ ਉਹਨਾਂ ਦਾ ਵਸਣਾ ਤ੍ਰਿਗ ਹੈ, ਭਾਵ ਫਿਟਕਾਰ ਯੋਗ ਹੈ। ਲਾਨਤ ਯੋਗ ਹੈ ਉਹ ਜ਼ਿੰਦਗੀ ਜੋ ਰੱਬੀ ਰਜ਼ਾ ਤੋਂ ਉਲਟ ਗੁਣਾਂ ਨੂੰ ਛੱਡ ਕੇ ਔਗਣਾ ਵਾਲੀ ਜੋ ਇਨਸਾਨ ਜ਼ਿੰਦਗੀ ਜੀਂਦੇ ਨੇ। ਲਾਨਤ ਹੈ ਐਸੀ ਜ਼ਿੰਦਗੀ ਨੂੰ ਕਿ ਇਨਸਾਨ ਹੁੰਦਿਆਂ ਹੋਇਆਂ ਵੀ ਇਨਸਾਨਾਂ ਵਾਲੀ ਜ਼ਿੰਦਗੀ ਨਾ ਜੀਣੀ, ਤਾਂ ਇਹ ਲਾਨਤ ਵਾਲਾ ਕੰਮ ਹੀ ਹੈ, ਬੇਸ਼ਰਮੀ ਵਾਲਾ ਕੰਮ ਹੈ, ਅਗਿਆਨਤਾ ਵਾਲਾ ਕੰਮ ਹੈ। ਕੋਈ ਵੀ ਸ਼ਬਦ ਅਸੀਂ ਵਰਤ ਸਕਦੇ ਹਾਂ, ਇੱਕ ਗੁਣਾਂ ਨੂੰ ਛੱਡ ਕੇ ਔਗਣਾ ਵਾਲੀ ਜ਼ਿੰਦਗੀ ਜੀਣੀ ਕੋਈ ਠੀਕ ਨਹੀਂ ਹੈ। ਅੰਮ੍ਰਿਤ ਛੋੜ ਬਿਖ ਲੱਗੇ, ਬਿਖ ਖੱਟਣਾ, ਬਿਖ ਰਾਸ। ਬਿਖ ਦਾ ਮਤਲਬ ਜ਼ਹਿਰ। ਹੁਣ ਅੰਮ੍ਰਿਤ ਛੱਡ ਕੇ ਜੇ ਕੋਈ ਜ਼ਹਿਰ ਪੀਵੇ, ਅੰਮ੍ਰਿਤ ਛੱਡ ਕੇ ਕੋਈ ਜ਼ਹਿਰ ਪੀਵੇ, ਅੰਮ੍ਰਿਤ ਦੇ ਨਾਲ ਤਾਂ ਮਿਲੇਗਾ ਜੀਵਨ ਔਰ ਜ਼ਹਿਰ ਦੇ ਨਾਲ ਮਿਲੇਗੀ ਮੌਤ। ਤਾਂ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਪੀਣਾ ਇਹ ਕੋਈ ਸਿਆਣੇ ਬੰਦੇ ਦਾ ਕੰਮ ਨਹੀਂ ਹੈ, ਇਹ ਮੂਰਖਤਾ ਹੈ। ਤੇ ਅੰਮ੍ਰਿਤ ਇੱਥੇ ਕੀ ਹੈ? ਪ੍ਰਭੂ ਦਾ ਹੁਕਮ, ਰੱਬੀ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿ ਕੇ ਸਾਰੇ ਗੁਣ ਅੰਮ੍ਰਿਤ ਨੇ, ਜੀਵਨ ਨੂੰ ਅੰਮ੍ਰਿਤਮਈ ਬਣਾ ਦੇਣਗੇ। ਚੰਗੇ ਬੋਲ ਸਾਡੇ ਬੋਲਾਂ ਨੂੰ ਅੰਮ੍ਰਿਤ ਵਰਗਾ ਬਣਾ ਦਿੰਦੇ, ਚੰਗੇ ਗੁਣ ਸਾਡੀ ਸੋਚ ਨੂੰ ਅੰਮ੍ਰਿਤ ਵਰਗੀ ਸੋਚ ਬਣਾ ਦੇਣਗੇ, ਸਾਡੀ ਤੱਕਣੀ ਅੰਮ੍ਰਿਤ ਵਰਗੀ ਹੋ ਸਕਦੀ ਹੈ। ਤੇ ਜੇ ਐਸੇ ਜੀਵਨ ਨੂੰ ਛੱਡ ਕੇ ਕੋਈ ਜ਼ਹਿਰ ਵਿੱਚ ਲੱਗ ਜਾਏ ਜੋ ਸਾਡੀ ਆਤਮਿਕ ਮੌਤ ਦਾ ਕਾਰਨ ਬਣ ਜਾਏ, ਈਰਖਾ, ਦਵੇਸ਼, ਵੈਰ ਵਿਰੋਧ, ਔਰ ਸੱਚ ਨੂੰ ਛੱਡ ਕੇ ਜੇ ਕੋਈ ਝੂਠੇ ਕਰਮ ਕਾਂਡਾਂ ਦੇ ਵਿੱਚ ਲੱਗਾ ਰਹੇ, ਤਾਂ ਇਹ ਕੋਈ ਚੰਗਾ ਕਰਮ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਐਸੇ ਮਨੁੱਖ ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਤੁਰਦੇ, ਅੰਮ੍ਰਿਤ ਛੱਡ ਕੇ ਮਾਇਆ ਰੂਪ ਜ਼ਹਿਰ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਨੇ। ਬਿਖ ਖੱਟਣਾ, ਜ਼ਹਿਰ ਦੀ ਹੀ ਉਹ ਕਮਾਈ ਕਰਦੇ ਨੇ। ਬਿਖ ਰਾਸ, ਤੇ ਜ਼ਹਿਰ ਹੀ ਉਹਨਾਂ ਦੀ ਰਾਸ ਪੂੰਜੀ ਪ੍ਰੋਪਰਟੀ ਬਣ ਜਾਂਦੀ ਹੈ। ਹੁਣ ਮਾਇਆ ਜਾਂ ਜ਼ਹਿਰ ਕੀ ਹੈ? ਇਹ ਆਪਾਂ ਹਰ ਰੋਜ਼ ਕਰੀਬ ਰਿਪੀਟ ਕਰ ਰਹੇ ਹਾਂ ਕਿ ਸਾਡੀ ਉਹ ਸੋਚ, ਬੰਦੇ ਦੀ ਉਹ ਸੋਚ ਜੋ ਬੰਦੇ ਨਾਲ ਬੰਦੇ ਨੂੰ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ, ਬੰਦੇ ਦੀ ਉਹ ਸੋਚ ਜਿਹੜੀ ਇਹਨੂੰ ਝੂਠ ਫਰੇਬ ਵੱਲ ਪਿਆਰ ਦੀ ਹੈ, ਪ੍ਰੇਰਦੀ ਹੈ, ਬੰਦੇ ਦੀ ਉਹ ਸੋਚ ਜੋ ਇਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਤਾਂ ਇਹ ਮਾਇਆ, ਇਹ ਜ਼ਹਿਰ ਹੀ ਤੇ ਹੈ। ਤੇ ਜਿਹੜੀ ਰਾਸ ਪੂੰਜੀ ਇਕੱਠੀ ਕਰੇਗਾ ਬੰਦਾ ਐਸੇ ਸੁਭਾਅ ਨਾਲ, ਉਹ ਔਗਣ ਇਕੱਠੇ ਕਰੇਗਾ ਨਾ, ਜੋ ਸੁਭਾਅ ਦੇ ਅੰਦਰ ਔਗਣ ਭਰੇ ਨੇ, ਤਾਂ ਉਹ ਜ਼ਹਿਰ ਹੀ ਆਪਣੇ ਸੁਭਾਅ ਦੇ ਵਿੱਚ ਭਰੀ ਰੱਖਦੇ ਨੇ, ਜੀਵਨ ਦੇ ਵਿੱਚ ਭਰੀ ਰੱਖਦੇ। ਬਿਖ ਖਾਣਾ, ਬਿਖ ਪਹਿਨਣਾ, ਬਿਖ ਕੇ ਮੁਖ ਗ੍ਰਾਸ। ਉਹਨਾਂ ਦਾ ਖਾਣਾ ਜ਼ਹਿਰ, ਉਹਨਾਂ ਦਾ ਪਹਿਨਣਾ ਜ਼ਹਿਰ, ਔਰ ਜ਼ਹਿਰ ਦੀਆਂ ਹੀ ਉਹ ਮੂੰਹ ਦੇ ਵਿੱਚ ਬੁਰਕੀਆਂ ਪਾ ਰਹੇ। ਭਾਵ
ਕਿ ਜਿਹੜਾ ਖਾਣ ਪੀਣ ਪਹਿਨਣ ਵਾਸਤੇ ਪਦਾਰਥ ਬੰਦਾ ਪੈਦਾ ਕਰ ਰਿਹਾ ਹੈ, ਉਹ 2 ਨੰਬਰ ਦੇ ਧੰਦੇ ਕਰਕੇ ਪੈਦਾ ਕਰ ਰਿਹਾ ਹੈ, ਤਾਂ ਜ਼ਹਿਰ ਹੀ ਹੋ ਗਿਆ ਨਾ। ਜੇ ਕਿ ਖਾ ਰਿਹਾ ਹੈ 36 ਕਿਸਮ ਦੇ ਭੋਜਨ ਪਦਾਰਥ, ਲੇਕਿਨ ਬੋਲਦਾ ਹੈ ਝੂਠ, ਈਰਖਾ ਕਰਦਾ ਹੈ, ਵੈਰ ਕਮਾਉਂਦਾ ਹੈ, ਤਾਂ ਉਹਦਾ ਖਾਣਾ ਨਿਰਰਥਕ ਹੀ ਹੈ ਨਾ। ਜੇ ਕੋਈ ਬੜੇ ਸੁੰਦਰ ਵਸਤਰ ਪਹਿਨਦਾ ਹੈ ਕੀਮਤੀ, ਲੇਕਿਨ ਉਹਦੀ ਸੋਚ ਚੰਗੀ ਨਹੀਂ, ਉਹਦਾ ਬਿਹੇਵੀਅਰ ਚੰਗਾ ਨਹੀਂ, ਤਾਂ ਜ਼ਹਿਰ ਹੀ ਹੈ ਨਾ ਉਹਦਾ ਜੀਵਨ। ਹੁਣ ਇਸੇ ਤਰ੍ਹਾਂ ਮੂੰਹ ਦੇ ਵਿੱਚ ਜੋ ਗਰਾਹੀਆਂ ਬੰਦਾ ਪਾ ਰਿਹਾ ਹੈ, ਪਰ ਜੇ ਉਹਦੀ ਸੋਚ ਮਾੜੀ ਹੈ ਤੇ ਖਾਣਾ ਪੀਣਾ ਸਾਰਾ ਜ਼ਹਿਰ ਹੋ ਗਿਆ ਨਾ। ਤਾਂ ਉਹਦੀ ਖੁਰਾਕ, ਉਹਦੀ ਪੁਸ਼ਾਕ, ਉਹਦਾ ਖਾਣਾ ਪੀਣਾ, ਯਾਨੀ ਉਹਦਾ ਸਾਰਾ ਜੀਵਨ ਹੀ ਜ਼ਹਿਰ ਹੋ ਜਾਂਦਾ। ਉਹ ਜ਼ਹਿਰੀਲੇ ਕਰਮ ਕਰਦਾ ਹੈ, ਆਤਮਕ ਮੌਤ ਲਿਆਉਣ ਵਾਲੇ ਉਹ ਕਰਮ ਕਰਦਾ ਹੈ। ਇੱਥੇ ਦੁੱਖੋ ਦੁੱਖ ਕਮਾਵਣਾ, ਮੁਇਆ ਨਰਕ ਨਿਵਾਸ। ਇੱਥੇ ਦਾ ਮਤਲਬ ਇਸ ਸਮੇਂ ਜੋ ਅਸੀਂ ਜੀ ਰਹੇ ਹਾਂ, ਅੱਜ ਦਾ ਦਿਨ, ਹੁਣ ਦਾ ਸਮਾਂ, ਉਹ ਪ੍ਰੈਜ਼ੈਂਟ ਦੇ ਅੰਦਰ ਦੁੱਖ ਕਮਾਉਂਦਾ ਹੈ। ਹੁਣ ਦੇਖੋ ਦੁੱਖ ਕਿਵੇਂ ਕਮਾ ਰਿਹਾ ਹੈ, ਈਰਖਾ, ਦਵੇਸ਼, ਵੈਰ, ਵਿਰੋਧ ਕਮਾਏਗਾ। ਜਿਹੜੀ ਪਿਛਲੀਆਂ ਪੰਕਤੀਆਂ ਵਿਚਾਰੀਆਂ ਨੇ ਕਿ ਉਹ ਬੰਦਾ ਨਰਕ ਆਪਣਾ ਵਿਡਾਣੀ ਜਿਹੜੀ ਚਾਕਰੀ ਕਰ ਰਿਹਾ ਹੈ ਰੱਬ ਨੂੰ ਛੱਡ ਕੇ, ਲਾਂਤੀ ਜ਼ਿੰਦਗੀ ਹੈ, ਉਹ ਆਤਮਕ ਜੀਵਨ ਲਿਆਉਣ ਵਾਲੇ ਗੁਣਾਂ ਨੂੰ ਛੱਡ ਦਿੱਤਾ ਹੈ, ਲੇਕਿਨ ਜ਼ਹਿਰ ਮੌਤ ਲਿਆਉਣ ਵਾਲੇ ਵਿਕਾਰਾਂ ਦੇ ਜ਼ਹਿਰ ਨੂੰ ਖੱਟ ਰਿਹਾ ਹੈ, ਪੀ ਰਿਹਾ ਹੈ, ਪਹਿਨ ਰਿਹਾ ਹੈ। ਬਿਖ ਖਾਣਾ, ਬਿਖ ਪਹਿਨਣਾ, ਬਿਖ ਦੇ ਮੁਖ ਉਹਦੇ ਗਿਰਾਸ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਦੁੱਖੋ ਦੁੱਖ ਕਮਾਵਣਾ, ਉਹ ਐਟ ਪ੍ਰੈਜ਼ੈਂਟ ਦੁੱਖ ਕਮਾਉਂਦਾ ਹੈ। ਮੁਇਆ ਦਾ ਮਤਲਬ ਆਤਮਕ ਮੌਤ ਤੇ ਮਰਿਆ। ਹੁਣ ਜਦੋਂ ਅਸੀਂ ਮਾੜੇ ਕਰਮ ਕਰਾਂਗੇ ਤੇ ਆਤਮਕ ਮੌਤ ਹੋ ਜਾਏਗੀ, ਜ਼ਮੀਰ ਅੰਦਰੋਂ ਮਰ ਜਾਏਗੀ। ਜਿਵੇਂ ਆਪਾਂ ਰੋਜ਼ ਇਸ ਚੀਜ਼ ਨੂੰ ਐਕਸਪਲੇਨ ਕਰ ਰਹੇ ਹਾਂ ਕਿ ਜਦੋਂ ਮੈਂ ਚੋਰੀ ਕਰਦਾ ਹਾਂ ਤਾਂ ਉਦੋਂ ਮੇਰੇ ਅੰਦਰੋਂ ਇਨਸਾਨ ਮਰ ਜਾਂਦਾ ਹੈ। ਜਦੋਂ ਮੈਂ ਕਰੈਕਟਰ ਲੈਸ ਹੁੰਦਾ ਹਾਂ ਤਾਂ ਮੇਰੇ ਅੰਦਰੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ। ਜਦੋਂ ਮੈਂ ਬੇਗਾਨੇ ਹੱਕ ਖਾਂਦਾ ਹਾਂ ਤਾਂ ਉਦੋਂ ਇਨਸਾਨੀਅਤ ਮਰ ਜਾਂਦੀ ਹੈ। ਇਹਨੂੰ ਹੀ ਗੁਰੂ ਜੀ ਅਸਲ ਮੌਤ ਕਹਿ ਰਹੇ ਨੇ। ਆਖਾਂ ਜੀਵਾਂ ਵਿਸਰੇ ਮਰ ਜਾਉ। ਤਾਂ ਵਿਕਾਰ ਕਮਾਉਣ ਦੇ ਨਾਲ ਆਤਮਕ ਮੌਤ ਹੋ ਜਾਂਦੀ ਹੈ, ਤੇ ਆਤਮਕ ਮੌਤ ਹੋਇਆ ਨਰਕ ਨਿਵਾਸ ਦਾ ਮਤਲਬ ਉਹਦਾ ਨਿਵਾਸ ਫਿਰ ਦੁੱਖਾਂ ਦੇ ਅੰਦਰ ਰਹਿੰਦਾ ਹੈ, ਸਾਰੀ ਜ਼ਿੰਦਗੀ ਦੁੱਖਾਂ ਵਿੱਚ ਪਿਆ ਰਹਿੰਦਾ ਹੈ, ਤੇ ਨਾਲ ਉਹ ਆਤਮਕ ਮੌਤ ਤੇ ਵੀ ਮਰ ਜਾਂਦਾ ਹੈ। ਐਟ ਪ੍ਰੈਜ਼ੈਂਟ ਵੀ ਉਹ ਦੁੱਖ ਭੋਗਦਾ ਹੈ, ਆਤਮਕ ਮੌਤ ਤੇ ਮਰ ਜਾਂਦਾ ਹੈ, ਔਰ ਦੁੱਖਾਂ ਦੇ ਨਰਕ ਵਿੱਚ ਪਿਆ ਰਹਿੰਦਾ ਹੈ। ਆਉਣ ਵਾਲਾ ਸਮਾਂ ਵੀ ਉਹਦਾ ਬੇਕਾਰ ਔਰ ਵਿਅਰਥ। ਮਨਮੁਖ ਮੂੰਹ ਮੈਲੇ, ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ਼। ਇੱਕ ਤੈਨੂੰ ਮੈਲੇ ਨਹੀਂ ਪੜਨਾ, ਲੱਲੇ ਦੇ ਨਾਲ ਵੀ ਦੁਲਾਵਾਂ ਨੇ, ਮੈਲੇ। ਸ਼ਬਦ ਨਾ ਜਾਣਨੀ, ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਬੋਲਣਾ ਹੈ। ਆਮ ਕਰਕੇ ਜਦੋਂ ਅਸੀਂ ਬੋਲਾਂਗੇ ਤਾਂ ਜਾਣਨੀ ਬੋਲਿਆ ਜਾਏਗਾ। ਦੇਖੋ ਧਿਆਨ ਨਾਲ ਸੁਣਿਓ, ਜਾਣਨੀ। ਹੁਣ ਇਹ ਬੋਲਿਆ ਗਿਆ ਹੈ ਜਾਣਨੀ, ਵਿਚਕਾਰ ਨੰਨਾ ਬੁੱਲ ਗਿਆ, ਅਣਾਣਾ ਪਿੱਛੇ ਚਲਾ ਗਿਆ, ਲੇਕਿਨ ਇੱਥੇ ਅਣਾਣਾ ਵਿਚਕਾਰ ਹੈ ਔਰ ਨੰਨਾ ਬਾਅਦ ਵਿੱਚ ਹੈ। ਇਸ ਲਈ ਇਹਦਾ ਉਚਾਰਨ ਹੋਏਗਾ ਮਨਮੁਖ ਮੂੰਹ ਮੈਲੇ, ਸ਼ਬਦ ਨਾ ਜਾਣਨੀ, ਜਾਣਨੀ, ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ਼। ਮਨਮੁਖ ਦਾ ਮਤਲਬ ਜੋ ਆਪ ਖੁਦਰੇ ਨੇ, ਮੂੰਹ ਮੈਲੇ, ਉਹਨਾਂ ਦਾ ਮੂੰਹ ਮੈਲਾ ਹੈ, ਮੂੰਹ ਮੈਲਾ ਹੈ। ਔਰ ਸ਼ਬਦ ਨਾ ਜਾਣਨੀ, ਗੁਰੂ ਦੇ ਉਪਦੇਸ਼ ਦੇ ਨਾਲ ਉਹਨਾਂ ਦੀ ਸਾਂਝ ਨਹੀਂ ਹੈ, ਗੁਰੂ ਦੇ ਸ਼ਬਦ ਨੂੰ ਪਛਾਣਦੇ ਨਹੀਂ। ਕਾਮ ਕ੍ਰੋਧ ਵਿਨਾਸ਼, ਕਾਮ ਔਰ ਕ੍ਰੋਧ ਨਾਲ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ। ਵਿਨਾਸ਼ ਦਾ ਮਤਲਬ ਉਹਨਾਂ ਦਾ ਜੀਵਨ ਤਬਾਹ ਹੋ ਜਾਂਦਾ। ਮੂੰਹ ਮੈਲੇ ਨੇ, ਮੂੰਹ ਮੈਲਣ ਦਾ ਮਤਲਬ ਜਿਸ ਨੂੰ ਕਹਿੰਦੇ ਨਹੀਂ ਫਲਾਂ ਬੰਦੇ ਦਾ ਚਿਹਰਾ ਪ੍ਰਸ਼ਟਿਆ ਹੈ, ਉਹਨੇ ਤੇ ਮੂੰਹ ਕਾਲਾ ਕਰਾ ਲਿਆ ਹੈ। ਮੂੰਹ ਮੈਲੇ ਦਾ ਮਤਲਬ ਜ਼ਬਾਨ ਰਾਹੀਂ ਉਹ ਮੈਲੇ ਬੋਲ ਬੋਲਦੇ ਨੇ, ਜ਼ਬਾਨ ਰਾਹੀਂ ਮਾੜੇ ਬੋਲ ਬੋਲਦੇ ਨੇ। ਸ਼ਬਦ ਨਾ ਜਾਣਨੀ, ਤੇ ਗੁਰੂ ਦੇ ਉਪਦੇਸ਼ ਨੂੰ ਜਾਣਦੇ ਨਹੀਂ, ਗੁਰੂ ਦੇ ਉਪਦੇਸ਼ ਦੇ ਨਾਲ ਸਾਂਝ ਨਹੀਂ ਪਾਉਂਦੇ। ਜੋ ਗੁਰੂ ਜੀ ਨੇ ਸਾਨੂੰ 6 ਗੱਲਾਂ ਦੱਸੀਆਂ ਨੇ ਪਾਵਨ ਬਾਣੀ ਵਿੱਚ, ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ। ਬਾਕੀ ਆਮ ਜੋ ਜ਼ਿੰਦਗੀ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਉਹ ਵੀ ਉਹਨਾਂ ਦੀ ਜ਼ਿੰਦਗੀ ਗੁਰਮਤਿ ਆਸ਼ੇ ਅਨੁਸਾਰ ਨਹੀਂ ਹੈ। ਕਾਮ ਔਰ ਕ੍ਰੋਧ,
ਇਹ ਉਹਨਾਂ ਦੇ ਅੰਦਰ ਪ੍ਰਬਲ ਨੇ, ਇਸ ਕਰਕੇ ਉਹਨਾਂ ਦੇ ਜੀਵਨ ਦਾ ਵਿਨਾਸ਼ ਹੋ ਜਾਂਦਾ ਹੈ, ਜੀਵਨ ਤਬਾਹ ਹੋ ਜਾਂਦਾ ਹੈ। ਯਾਨੀ ਇੱਜ਼ਤ ਵੀ ਨਹੀਂ ਮਿਲਦੀ, ਸ਼ਬਦ ਨੂੰ ਭੁਲਾਣ ਕਰਕੇ, ਉਪਦੇਸ਼ ਤੋਂ ਦੂਰ ਜਾਣ ਕਰਕੇ, ਔਰ ਕਾਮ ਕ੍ਰੋਧ ਦੇ ਕਾਰਨ ਆਤਮਿਕ ਮੌਤ ਵੀ ਹੋ ਜਾਂਦੀ ਹੈ। ਤਾਂ ਜੇ ਹੁਣ ਬੰਦਾ ਚਾਹੁੰਦਾ ਹੈ ਕਿ ਮੈਨੂੰ ਮਾਣ ਇੱਜ਼ਤ ਮਿਲੇ, ਮੇਰੀ ਆਤਮਿਕ ਮੌਤ ਨਾ ਹੋਵੇ, ਤਾਂ ਹਰ ਇਨਸਾਨ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੇ। ਪਰ ਮਨ ਦੇ ਪਿੱਛੇ ਤੁਰਨ ਵਾਲੇ ਲੋਕ ਐਸਾ ਨਹੀਂ ਕਰਦੇ, ਸ਼ਬਦ ਨਾਲ ਸਾਂਝ ਨਹੀਂ ਬਣਾਉਂਦੇ, ਕਾਮ ਕ੍ਰੋਧ ਦੇ ਕਾਰਨ ਉਹਨਾਂ ਦਾ ਜੀਵਨ ਤਬਾਹ ਹੋ ਜਾਂਦਾ ਹੈ। ਔਰ ਹਕੀਕਤ ਹੈ, ਕਿੰਨੇ ਜੀਵਨ ਤਬਾਹ ਹੋਏ ਪਏ ਨੇ ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ। ਕਿੰਨੇ ਪਰਿਵਾਰ ਟੁੱਟ ਗਏ ਨੇ, ਕਿੰਨੇ ਰਿਸ਼ਤੇ ਨਾਤੇ ਬਿਖਰ ਗਏ ਨੇ, ਮਿੱਤਰਤਾ ਵਿੱਚ ਦਰਾਰਾਂ ਪੈ ਰਹੀਆਂ ਨੇ, ਮਨੁੱਖ ਤੋਂ ਦੂਰ ਹੁੰਦਾ ਜਾ ਰਿਹਾ ਹੈ, ਔਰ ਧਰਮ ਦੇ ਨਾਮ ਤੇ ਕਿਵੇਂ ਕਤਲਾਮ ਹੋ ਰਹੇ ਨੇ। ਉਹਦਾ ਰੀਜ਼ਨ ਸਿਰਫ ਇਹੋ ਹੀ ਹੈ, ਸਤਿਗੁਰ ਕਾ ਭਉ ਛੋੜਿਆ, ਮਨ ਹਠ ਕੰਮ ਨਾ ਆਵੇ ਰਾਸ। ਮਨ ਹਠ ਦਾ ਮਤਲਬ ਮਨ ਦੀ ਜਿੱਦ ਕਰਕੇ। ਸਤਿਗੁਰ ਕਾ ਭਉ ਛੋੜਿਆ, ਭਉ ਦਾ ਮਤਲਬ ਅਦਬ। ਸਤਿਗੁਰ ਦਾ ਅਦਬ ਛੱਡ ਦਿੱਤਾ ਹੈ, ਸਤਿਗੁਰ ਦਾ ਡਰ ਨਹੀਂ, ਸਤਿਗੁਰ ਦਾ ਅਦਬ ਨਹੀਂ, ਗੁਰੂ ਦੇ ਗਿਆਨ ਤੋਂ ਮੂੰਹ ਮੋੜ ਲਿਆ ਹੈ, ਗੁਰੂ ਦੀ ਵਿਚਾਰਧਾਰਾ ਨੂੰ ਛੱਡ ਦਿੱਤਾ ਹੈ। ਮਨ ਹਟ ਕੰਮ ਨਾ ਆਵੇ ਰਾਸ, ਤੇ ਮਨ ਦੇ ਹੱਥ ਦੇ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜਦਾ, ਕੋਈ ਕੰਮ ਰਾਸ ਨਹੀਂ ਆਉਂਦਾ, ਕੋਈ ਕੰਮ ਜੀਵਨ ਦੇ ਅੰਦਰ ਖੁਸ਼ੀ ਨਹੀਂ ਦਿੰਦਾ, ਕਿਉਂਕਿ ਗੁਰੂ ਦਾ ਅਦਬ ਤਾਂ ਛੱਡ ਦਿੱਤਾ ਹੈ। ਗੁਰੂ ਦਾ ਅਦਬ ਛੱਡਣ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤਾਂ ਬੰਦਾ ਚੱਲ ਨਹੀਂ ਰਿਹਾ, ਗੁਰਬਾਣੀ ਨੂੰ ਇੰਪਲੀਮੈਂਟ ਨਹੀਂ ਕਰ ਰਿਹਾ, ਮਨ ਬਚਨ ਕਰਮ ਕਰਕੇ ਗੁਰਬਾਣੀ ਦਾ ਧਾਰਨੀ ਨਹੀਂ ਹੈ। ਜੋ 6 ਗੱਲਾਂ ਆਪਾਂ ਰੋਜ਼ ਵਿਚਾਰਦੇ ਹਾਂ, ਉਹ ਗੁਰਬਾਣੀ ਅਨੁਸਾਰ ਨਹੀਂ ਹਨ। ਲੇਕਿਨ ਮਨ ਹਟ ਕੇ ਕੰਮ ਕਰਕੇ ਤੇ ਖੁਸ਼ ਰਹਿਣਾ ਚਾਹੁੰਦਾ ਹੈ, ਖੁਸ਼ੀ ਹਾਸਲ ਕਰਨਾ ਚਾਹੁੰਦਾ ਹੈ ਕਿ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਫਸਿਆ ਰਹਾ, ਲੇਕਿਨ ਮੈਂ ਤੀਰਥਾਂ ਤੇ ਨਾ ਆਵਾਂ, ਤੇ ਤੀਰਥਾਂ ਤੇ ਨਹਾਉਣ ਦੇ ਨਾਲ ਸਾਡੇ ਘਰ ਦਾ ਕਲੇਸ਼ ਮੁੱਕ ਜਾਏ, ਤੀਰਥਾਂ ਤੇ ਨਹਾਉਣ ਦੇ ਨਾਲ ਮੈਨੂੰ ਸ਼ਾਂਤੀ ਮਿਲ ਜਾਏ। ਇਹ ਹੈ ਮਨ ਦੀ ਜਿੱਦ ਕਿ ਗੁਰਬਾਣੀ ਅਨੁਸਾਰ ਜ਼ਿੰਦਗੀ ਤੇ ਨਹੀਂ ਜੀਣੀ, ਲੇਕਿਨ ਇਹ ਸੋਚਦਾ ਹੈ ਕਿ ਕੇਵਲ ਤੀਰਥਾਂ ਤੇ ਨਹਾਤਿਆਂ ਮੇਰਾ ਭਲਾ ਹੋ ਜਾਏਗਾ, ਵਰਤ ਰੱਖ ਲਾਂਗਾ, ਮੈਂ ਰੱਬ ਨੂੰ ਪਾ ਲਵਾਂਗਾ, ਨਰਾਤੇ ਰੱਖ ਕੇ, ਕਰਵਾ ਚੌਥ ਦੇ ਵਰਤ ਰੱਖ ਕੇ ਪਤੀ ਦੀ ਉਮਰ ਲੰਬੀ ਕਰ ਲਾਂਗੇ, ਸਮਾਧੀਆਂ ਲਾ ਕੇ ਰੱਬ ਨੂੰ ਥੱਲੇ ਲਾ ਲਾਂਗੇ, ਜਾਂ ਮਾਂ ਦੀ ਦਾਲ ਨਹਿਰ ਦੇ ਵਿੱਚ ਰੋੜ ਕੇ ਤੇ ਦੁੱਖਾਂ ਨੂੰ ਖਤਮ ਕਰ ਲਵਾਂਗੇ। ਇਹ ਮਨਹਟ ਦੇ ਕੀਤੇ ਹੋਏ ਕਰਮ ਰਾਸ ਨਹੀਂ ਹੁੰਦੇ, ਸਿਰੇ ਨਹੀਂ ਚੜਦੇ, ਇਹ ਸੁੱਖ ਨਹੀਂ ਦਿੰਦੇ। ਤਾਂ ਹੁਣ ਸੁੱਖਾਂ ਦਾ ਨਾ ਹੋਣਾ, ਦੁੱਖਾਂ ਦਾ ਆਣਾ, ਉਹਦਾ ਕਾਰਨ ਦੱਸ ਰਹੇ ਨੇ ਕਿ ਸਤਿਗੁਰ ਕਾ ਭਉ ਛੋੜਿਆ, ਗੁਰੂ ਦਾ ਅਦਬ ਕਰਨਾ ਛੱਡ ਦਿੱਤਾ ਹੈ, ਗੁਰੂ ਦੇ ਦੱਸੇ ਰਾਹ ਤੇ ਜੀਵਨ ਜੀਣਾ ਛੱਡ ਦਿੱਤਾ ਹੈ, ਤੇ ਮਨ ਦੇ ਜਿੱਦ ਦੇ ਨਾਲ ਕੀਤੇ ਹੋਏ ਜੋ ਕਰਮ ਨੇ, ਕਰਮ ਕਾਂਡ ਨੇ, ਉਹ ਰਾਸ ਨਹੀਂ ਬਹਿੰਦੇ, ਉਹ ਸਾਡੇ ਜੀਵਨ ਵਿੱਚ ਸੁੱਖ ਪੈਦਾ ਨਹੀਂ ਕਰਦੇ। ਜੰਪੁਰ ਬੱਧੇ ਮਾਰੀਆਂ ਹੈ, ਉਹ ਨਾ ਸੁਣੇ ਅਰਦਾਸ। ਮਾਰੀਆਂ ਦਾ ਮਤਲਬ ਮਾਰ ਖਾਂਦੇ ਨੇ, ਮਾਰ ਖਾ ਰਹੇ ਨੇ। ਕੋ ਨਾ ਸੁਣੇ ਅਰਦਾਸ, ਇੱਥੇ ਅਰਦਾਸ ਦਾ ਮਤਲਬ ਹੈ ਪੁਕਾਰ। ਕਿ ਜੰਪੁਰੀ ਵਿੱਚ ਬੱਧੇ ਮਾਰ ਖਾ ਰਹੇ ਨੇ, ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ। ਹੁਣ ਦੇਖੋ, ਜੰਪੁਰੀ ਵਿੱਚ ਇੱਥੇ ਮਾਰ ਖਾ ਰਹੇ ਨੇ ਬੱਧੇ ਹੋਏ, ਤੇ ਉਹ ਜਮਾਂ ਦੀ ਪੁਰੀ ਕਿਹੜੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਜਮਾਂ ਦੀ ਪੁਰੀ ਹੈ। ਆਪਣੀ ਇਸ ਸੋਚ ਨੂੰ ਚਾਹੇ ਤੁਸੀਂ ਜਮਾਂ ਦੀ ਪੁਰੀ ਬਣਾ ਲਓ, ਤੇ ਚਾਹੇ ਇਹਨੂੰ ਰੱਬ ਦਾ ਘਰ ਬਣਾ ਲਓ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੋਬਾਰੇ। ਜਿੱਥੇ ਨਾਮ ਨਾ ਜਪੀਏ ਮੇਰੀ ਗੋਇੰਦਾ, ਸਹੀ ਨਗਰ ਉਜਾੜੀ ਥੀ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਹੁਣ ਸਾਡੀ ਜੋ ਸੋਚ ਹੈ ਉਹ ਜਮਾਂ ਦੀ ਪੁਰੀ ਬਣ ਸਕਦੀ ਹੈ ਨਾ, ਜੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਅੰਦਰ ਵਸਾ ਲੈਂਦੇ ਹਾਂ। ਸਾਡਾ ਜੀਵਨ ਜਮਾਂ ਦੀ ਪੁਰੀ ਬਣ ਗਿਆ। ਕਾਮ ਕ੍ਰੋਧ ਆਦਿਕ ਜਮ ਨੇ, ਇਹਦੇ ਬਾਰੇ ਅਸੀਂ ਆਮ ਵਿਚਾਰ ਕਲਾਸ ਵਿੱਚ ਕਰਦੇ ਰਹਿੰਦੇ ਹਾਂ, ਤੇ ਇਹ ਜਮਾਂ ਦੀ ਪੁਰੀ ਦੇ ਵਿੱਚ ਬੱਧੇ ਹੋਏ ਮਾਰ ਖਾ ਰਹੇ ਨੇ ਲੋਕ, ਲੇਕਿਨ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲ ਰਹੇ। ਤਾਂ ਜੋ ਵੀ ਸੱਚ ਨੂੰ ਛੱਡੇਗਾ, ਗੁਰਮਤਿ ਦਾ ਤਿਆਗ ਕਰੇਗਾ, ਉਹ ਜਮਾਂ ਦੀ ਪੁਰੀ ਵਿਕਾਰਾਂ ਦੇ ਸੰਗਲਾਂ ਦੇ ਵਿੱਚ ਜਕੜਿਆ ਹੋਇਆ ਮਾਰ ਖਾਏਗਾ, ਦਾ ਮਤਲਬ ਦੁਖੀ ਹੋਏਗਾ। ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ।
ਪੂਰਬ ਲਿਖਿਆ ਕਮਾਉਣਾ, ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੋ ਜੀਵ ਮੁੱਢ ਤੋਂ ਕਰਮਾਂ ਅਨੁਸਾਰ ਜੋ ਲੇਖ ਇਹਦੇ ਲਿਖੇ ਗਏ ਨੇ, ਅੰਦਰ ਸੰਸਕਾਰ ਜੋ ਬਣੇ ਨੇ, ਪੂਰਬ ਦਾ ਮਤਲਬ ਪਿਛਲੇ ਜੀਵਨ ਵਿੱਚ ਜੋ ਇਹਨੇ ਕਮਾਇਆ ਹੈ, ਜੋ ਵੀ ਇਹਨੇ ਕਮਾਇਆ ਹੈ, ਜੋ ਇਹਨੇ ਕੀਤਾ ਹੈ, ਸੋਚਿਆ ਹੈ, ਬੋਲਿਆ ਹੈ, ਉਹਦਾ ਹੀ ਫਲ ਮਿਲੇਗਾ ਨਾ। ਜੇ ਹੁਣ ਪੂਰਬ ਦੇ ਵਿੱਚ ਮਤਲਬ 10 ਮਿੰਟ 5 ਮਿੰਟ ਪਹਿਲਾਂ ਜੇ ਅਸੀਂ ਮਾਂ ਛੋਲਿਆਂ ਦੀ ਦਾਲ ਬਣਾਈ ਤੇ ਹੁਣ ਪਤੀਲੇ ਵਿੱਚੋਂ ਮਾਂ ਛੋਲਿਆਂ ਦੀ ਦਾਲ ਹੀ ਨਿਕਲੇਗੀ, ਪਨੀਰ ਥੋੜਾ ਨਿਕਲਦਾ। ਜੇ ਅਸੀਂ ਚਾਹ ਬਣਾ ਕੇ ਕੇਟਲ ਵਿੱਚ ਪਾਈਏ ਪੂਰਬਲੇ ਟਾਈਮ ਦੇ ਅੰਦਰ ਪਹਿਲੇ ਸਮੇਂ ਤੇ ਕੇਟਲ ਚੋਂ ਚਾਹ ਨਿਕਲੇਗੀ, ਦੁੱਧ ਥੋੜਾ ਨਿਕਲਣਾ। ਜੇ ਅਸੀਂ ਸਕੂਲ ਜਾਂਦੇ ਰਹੇ ਹਾਂ ਲੇਕਿਨ ਮਿਹਨਤ ਨਹੀਂ ਕੀਤੀ ਤਾਂ ਫਿਰ ਉਹ ਪੂਰਬ ਲਿਖੇ ਦੀ ਕਮਾਈ ਹੈ ਨਾ, ਫਿਰ ਫੇਲ ਹੀ ਹੋਵਾਂਗੇ ਨਾ। ਪੂਰਬ ਲਿਖਿਆ ਕਮਾਵਣਾ, ਜੋ ਅਸੀਂ ਪੂਰਬਲੇ ਪਿਛਲੇ ਜੋ ਬੀਤਿਆ ਸਮਾਂ ਹੈ ਉਹਦੇ ਵਿੱਚ ਜੋ ਸੋਚਦੇ ਹਾਂ, ਬੋਲਦੇ ਹਾਂ, ਜੋ ਆਪਣੇ ਸੰਸਕਾਰ ਪੈਦਾ ਕਰਦੇ ਹਾਂ, ਜੈਸਾ ਸੁਭਾਅ ਬਣਾ ਲੈਂਦੇ ਹਾਂ, ਜਿਹੋ ਜਿਹੇ ਕਰਮ ਕਰਦੇ ਹਾਂ, ਉਹਨਾਂ ਕਰਮਾਂ ਦਾ ਫਲ ਹੀ ਮਿਲਦਾ ਹੈ। ਹੁਣ ਪੂਰਬਲੇ ਸਮੇਂ ਦੇ ਅੰਦਰ ਜਿਨ੍ਹਾਂ ਨੇ ਕਣਕ ਬੀਜੀ ਉਹ ਕਣਕ ਵੱਢਣਗੇ, ਜੌਂ ਬੀਜੇ ਨੇ ਜੌਂ ਵੱਢਣਗੇ, ਚਣੇ ਬੀਜੇ ਨੇ ਚਣੇ ਵੱਢਣਗੇ, ਉਹ ਹੀ ਵੱਢਣਗੇ ਨਾ ਜੋ ਬੀਜਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਮੁੱਢ ਤੋਂ ਬੰਦਾ ਕਮਾ ਰਿਹਾ ਹੈ, ਬੋਲ ਰਿਹਾ ਹੈ, ਸੋਚ ਰਿਹਾ ਹੈ, ਕਰਮ ਕਰ ਰਿਹਾ ਹੈ, ਉਹਦਾ ਹੀ ਫਲ ਮਿਲਦਾ ਹੈ। ਗੁਰਮੁਖ ਨਾਮ ਨਿਵਾਸ, ਨਾਮ ਦੇ ਮੰਮੇ ਨਾਲ ਸਿਹਾਰੀ ਹੈ, ਨਾਮ ਵਿੱਚ, ਹੁਕਮ ਵਿੱਚ, ਰੱਬ ਦੇ ਅੰਦਰ। ਨਿਵਾਸ ਦਾ ਮਤਲਬ ਵਾਸਾ, ਗੁਰੂ ਦੇ ਰਾਹੀਂ ਬੰਦੇ ਦੀ ਸੁਰਤ ਰੱਬੀ ਹੁਕਮ ਦੇ ਅੰਦਰ, ਰੱਬੀ ਗੁਣਾਂ ਦੇ ਵਿੱਚ ਜੁੜੀ ਰਹਿ ਸਕਦੀ ਹੈ। ਜਿਹੜੇ ਮਨਮੁਖ ਨੇ ਉਹਨਾਂ ਨੇ ਬੀਤੇ ਸਮੇਂ ਦੇ ਅੰਦਰ ਕਰਮ ਕਮਾਏ ਨੇ ਮਾੜੇ, ਅਪਰਾਧ ਕੀਤਾ ਹੈ, ਪਾਪ ਕੀਤਾ ਹੈ, ਸੀਮਤ ਸੋਚ ਸੀ, ਨੈਗੇਟਿਵਿਟੀ ਸੀ, ਤਾਂ ਉਹਦਾ ਫਲ ਭੁਗਤ ਰਹੇ ਨੇ। ਲੇਕਿਨ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਗੁਰੂ ਦੇ ਉਪਦੇਸ਼ ਨੂੰ ਜੋ ਮੰਨਣ ਵਾਲੇ ਨੇ, ਜਿਨ੍ਹਾਂ ਨੇ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ ਹੈ, ਉਹਨਾਂ ਦੀ ਸੁਰਤ ਫਿਰ ਸੱਚ ਦੇ ਅੰਦਰ ਸਮਾਈ ਰਹਿੰਦੀ ਹੈ, ਕਿਉਂਕਿ ਉਹਨਾਂ ਨੇ ਸੰਸਕਾਰ ਹੀ ਐਸੇ ਪੈਦਾ ਕੀਤੇ, ਉਹਨਾਂ ਨੇ ਸੁਭਾਅ ਹੀ ਆਪਣਾ ਐਸਾ ਬਣਾਇਆ ਹੈ। ਪੌੜੀ, ਜੋ ਸੋ ਸਤਿਗੁਰ ਸੇਵਿਹੁ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਦ੍ਰਿੜਾਇਆ ਦਾ ਮਤਲਬ ਪੱਕਾ ਕਰ ਦਿੱਤਾ ਹੈ। ਸਾਧ ਜਨ, ਹੇ ਰੱਬ ਦੇ ਪਿਆਰਿਓ, ਜਿਸ ਸਤਿਗੁਰ ਨੇ ਪ੍ਰਭੂ ਦਾ ਨਾਮ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰਾਇਆ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਗੁਣ। ਹੁਣ ਗੁਰੂ ਜੀ ਸਾਨੂੰ ਇਹ ਦ੍ਰਿੜ ਕਰਾ ਰਹੇ ਨੇ ਨਾ ਕਿ ਹੁਕਮ ਰਜਾਈ ਚੱਲਣਾ। ਗੁਰੂ ਜੀ ਸਾਨੂੰ ਇਹ ਦ੍ਰਿੜ ਕਰਾ ਰਹੇ ਨੇ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਗੁਰੂ ਜੀ ਸਾਨੂੰ ਇਹ ਦ੍ਰਿੜ ਕਰਾ ਰਹੇ ਨੇ ਨਾ, ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਕਿ ਜੇ ਹੁਕਮ ਮੰਨਾਂਗੇ, ਰਜਾ ਵਿੱਚ ਤੁਰਾਂਗੇ, ਰੱਬ ਦੀ ਸਿਫਤ ਸਲਾਹ ਕਰਾਂਗੇ, ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ, ਤਾਂ ਹੀ ਰੱਬ ਦੇ ਵਿੱਚ ਸਮਾਵਾਂਗੇ ਨਾ। ਤਾਂ ਉਹ ਗੁਰੂ ਜੀ ਸਾਨੂੰ ਦ੍ਰਿੜ ਕਰਾ ਰਹੇ ਨੇ। ਤਾਂ ਜਿਸ ਸਤਿਗੁਰੂ ਨੇ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ, ਰੱਬੀ ਸਿਫਤ ਸਲਾਹ ਔਰ ਰੱਬ ਦਾ ਹੁਕਮ ਪੱਕਾ ਕਰਾਇਆ ਹੈ, ਉਸ ਸਤਿਗੁਰੂ ਦੀ ਸੇਵਾ ਕਰੋ। ਸਾਧ ਜਨ, ਉਸ ਸਾਧ ਗੁਰੂ ਦੀ ਸੇਵਾ ਕਰੋ, ਉਸ ਗੁਰੂ ਦੇ ਦੱਸੇ ਰਾਹਾਂ ਤੇ ਤੁਰੋ, ਜੋ ਸੱਚ ਨਾਲ, ਹੁਕਮ ਨਾਲ, ਰੱਬੀ ਗੁਣਾਂ ਦੇ ਨਾਲ ਜੋੜਦਾ ਹੈ। ਉਸ ਗੁਰੂ ਦੀ ਸੇਵਾ ਕਰੋ, ਉਹਦੇ ਹੁਕਮ ਅਨੁਸਾਰ ਜ਼ਿੰਦਗੀ ਜੀਓ। ਜੋ ਕਰਮ ਕਾਂਡ ਦ੍ਰਿੜ ਕਰਾ ਰਹੇ ਨੇ ਉਹਨਾਂ ਤੋਂ ਬਚੋ, ਕਿਉਂਕਿ ਉਹਨਾਂ ਕਰਮ ਕਾਂਡਾਂ ਦੇ ਨਾਲ ਸੁਖ ਜੀਵਨ ਵਿੱਚ ਨਹੀਂ ਆਣਾ। ਸੋ ਸਤਿਗੁਰ ਪੂਜਹੁ ਦਿਨ ਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਜਗਨਨਾਥ ਦਾ ਮਤਲਬ ਜਗਤ ਦਾ ਮਾਲਕ, ਜਗਦੀਸ਼ ਦਾ ਮਤਲਬ ਜਗਤ ਦਾ ਮਾਲਕ, ਜਗਤ ਪਲਸ ਈਸ਼। ਜਿਸ ਸਤਿਗੁਰ ਨੇ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਾਇਆ ਦਾ ਮਤਲਬ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਤੇ ਜਪਾਇਆ ਦਾ ਮਤਲਬ ਜਣਾਇਆ, ਸਾਂਝ ਪਵਾਈ। ਜਿਸ ਗੁਰੂ ਨੇ ਮਾਲਕ ਦੇ ਹੁਕਮ ਦੇ ਨਾਲ ਜੀਵਾਂ ਦੀ ਸਾਂਝ ਪਵਾਈ ਹੈ, ਉਸ ਸਤਿਗੁਰ ਦੀ ਪੂਜਾ ਕਰੋ, ਉਹਦਾ ਸਤਿਕਾਰ ਕਰੋ, ਉਹਦਾ ਆਦਰ ਕਰੋ, ਉਹਦੇ ਰਾਹ ਤੇ ਉਸ ਗੁਰੂ ਦੀ ਪੂਜ ਕਰੋ, ਉਸ ਗੁਰੂ ਦੀ ਆਦਰ ਕਰੋ, ਸਤਿਕਾਰ ਕਰੋ, ਉਸ ਗੁਰੂ ਦੇ ਦੱਸੇ ਰਾਹ ਤੇ ਤੁਰੋ, ਜਿਸ ਨੇ ਸਾਨੂੰ ਰੱਬੀ ਹੁਕਮ ਬਾਰੇ ਜਾਣਕਾਰੀ ਦਿੱਤੀ ਹੈ, ਹੁਕਮ ਦੀ ਸੂਝ ਸਾਨੂੰ ਦਿੱਤੀ ਹੈ, ਹੁਕਮ ਦੇ ਨਾਲ ਸਾਡਾ ਸੰਬੰਧ ਬਣਾਇਆ ਹੈ।
ਹੁਕਮ ਦੇ ਨਾਲ ਸਾਡੀ ਜਾਣ ਪਛਾਣ ਬਣਾਈ ਹੈ, ਉਸ ਗੁਰੂ ਦੀ ਪੂਜਾ ਕਰੋ, ਉਸ ਗੁਰੂ ਦੀ ਸੇਵਾ ਕਰੋ, ਭਾਵ ਕਿ ਉਸ ਗੁਰੂ ਦੇ ਦੱਸੇ ਰਾਹਾਂ ਤੇ ਤੁਰੋ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਨਿਮਖ ਨਿਮਖ ਦਾ ਮਤਲਬ ਅੱਖ ਝਮਕਣ ਜਿੰਨਾ ਸਮਾਂ, ਤੇ ਨਿਮਖ ਨਿਮਖ ਦਾ ਮਤਲਬ ਹੁੰਦਾ ਹੈ ਹਰ ਸਮੇਂ। ਨਿਮਖ ਦਾ ਮਤਲਬ ਅੱਖ ਝਮਕਣ ਜਿੰਨਾ ਸਮਾਂ, ਤੇ ਨਿਮਖ ਨਿਮਖ ਦਾ ਮਤਲਬ ਹਰ ਪਲ। ਦੇਖੋ ਦਾ ਮਤਲਬ ਗੁਰੂ ਦਾ ਆਸਰਾ ਲਓ। ਜਿਨ ਹਰ ਕਾ ਹਰ ਪੰਥ ਬਤਾਇਆ, ਪੰਥ ਦਾ ਮਤਲਬ ਰਾਸਤਾ। ਜਿਸ ਗੁਰੂ ਨੇ ਰੱਬ ਦੇ ਮਿਲਣ ਦਾ ਰਾਹ ਦੱਸਿਆ ਹੈ, ਉਸ ਗੁਰੂ ਦਾ ਆਸਰਾ ਹਰ ਵਕਤ ਲਓ, ਉਹਦੇ ਵੱਲ ਵੇਖੋ। ਵੇਖਣ ਦਾ ਮਤਲਬ ਹੁੰਦਾ ਹੈ ਉਹਦੀ ਸ਼ਰਨ ਤੱਕਣੀ, ਉਹਦਾ ਆਸਰਾ ਲੈਣਾ, ਉਹਦਾ ਸਹਾਰਾ ਲੈਣਾ, ਉਹਦੀ ਆਸ ਰੱਖਣੀ। ਤਾਂ ਉਸ ਗੁਰੂ ਦਾ ਸਹਾਰਾ ਲਓ, ਜਿਸ ਗੁਰੂ ਨੇ ਰੱਬ ਦੇ ਮਿਲਾਪ ਦਾ ਰਾਸਤਾ ਸਾਨੂੰ ਦਰਸਾਇਆ ਹੈ ਕਿ ਇਸ ਰਾਹ ਤੇ ਚੱਲ ਕੇ ਤੁਸੀਂ ਰੱਬ ਵਰਗੇ ਹੋ ਸਕਦੇ ਹੋ। ਐਸੇ ਗੁਰੂ ਵੱਲ ਵੇਖੋ, ਐਸੇ ਗੁਰੂ ਵੱਲ ਤੱਕੋ, ਐਸੇ ਗੁਰੂ ਦਾ ਗਿਆਨ ਲਓ, ਐਸੇ ਗੁਰੂ ਦਾ ਸਹਾਰਾ ਲਓ। ਤਿਸ ਸਤਿਗੁਰ ਕੀ ਸਭ ਪਗੀ ਪਵਹੋ, ਪਗੀ ਨਹੀਂ ਪੜਨਾ ਇੱਥੇ, ਪਗੀ ਪੈਰੀ। ਤਿਸ ਸਤਿਗੁਰ ਕੀ ਸਭ ਪਗੀ ਪਵਹੋ, ਜਿਨ ਮੋਹ ਅੰਧੇਰ ਚੁਕਾਇਆ। ਜਿਸ ਸਤਿਗੁਰ ਨੇ ਜੀਵਾਂ ਦੇ ਹਿਰਦੇ ਵਿੱਚੋਂ ਮਾਇਆ ਦਾ ਮੋਹ ਔਰ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਹੈ, ਉਸ ਗੁਰੂ ਦੀ ਚਰਨੀ ਲੱਗੋ, ਉਸ ਗੁਰੂ ਦੇ ਦੱਸੇ ਰਾਹਾਂ ਤੇ ਤੁਰੋ, ਉਹਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਓ, ਜਿਨੇ ਅਗਿਆਨਤਾ ਔਰ ਮੋਹ ਤੋਂ ਬਾਹਰ ਕੱਢਿਆ ਹੈ। ਅਗਿਆਨਤਾ ਔਰ ਮੋਹ ਦੇ ਵਿੱਚ ਫਸਿਆ ਨੂੰ ਜਿਸਨੇ ਬਾਹਰ ਕੱਢਿਆ ਹੈ, ਭਾਵ ਜੋ ਸਾਨੂੰ ਅਗਿਆਨਤਾ ਔਰ ਮੋਹ ਦੇ ਵਿੱਚੋਂ ਬਾਹਰ ਨਿਕਲਣ ਦਾ ਢੰਗ ਤਰੀਕਾ ਦੱਸ ਰਿਹਾ ਹੈ, ਜੋ ਸਾਨੂੰ ਇਹਨਾਂ ਦੇ ਨੁਕਸਾਨ ਦੱਸ ਰਿਹਾ ਹੈ, ਜਿਨੇ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਕਿ ਮੋਹ ਔਰ ਅਗਿਆਨਤਾ ਕਰਕੇ ਤੁਹਾਡੇ ਜੀਵਨ ਵਿੱਚ ਦੁੱਖ ਨੇ, ਤੇ ਜਿਸ ਗੁਰੂ ਨੇ ਸਾਨੂੰ ਮੋਹ ਔਰ ਅਗਿਆਨਤਾ ਚੋਂ ਬਾਹਰ ਕੱਢਿਆ ਨਾ, ਉਹਦੇ ਚਰਨੀ ਲੱਗੋ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਭੰਡਾਰ ਦਾ ਮਤਲਬ ਖਜ਼ਾਨੇ, ਲਹਾਇਆ ਦਾ ਮਤਲਬ ਲਭਾਇਆ, ਪ੍ਰਾਪਤ ਕਰਵਾਇਆ। ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖਜ਼ਾਨੇ ਲਭਾ ਦਿੱਤੇ, ਉਸ ਗੁਰੂ ਨੂੰ ਸਾਰੇ ਧੰਨ ਧੰਨ ਕਹੋ ਕਿ ਧੰਨ ਹੈ ਗੁਰੂ, ਸ਼ਾਬਾਸ਼ ਗੁਰੂ, ਸ਼ੁਕਰ ਤੇਰਾ ਗੁਰੂ, ਸ਼ੁਕਰੀਆ ਗੁਰੂ ਤੇਰਾ, ਜਿਸ ਗੁਰੂ ਨੇ ਭਗਤੀ ਦੇ ਖਜ਼ਾਨੇ ਲਵਾ ਦਿੱਤੇ। ਤੇ ਉਹ ਭਗਤੀ ਦੇ ਖਜ਼ਾਨੇ ਕਿੱਥੇ ਨੇ? ਸਾਡੇ ਆਪਣੇ ਅੰਦਰ ਭਰੇ ਪਏ। ਤੇ ਉਹ ਭਗਤੀ ਦੇ ਖਜ਼ਾਨੇ ਦਾ ਮਤਲਬ ਰੱਬੀ ਜਿਹੜੇ ਗੁਣ ਨੇ, ਰੱਬੀ ਗੁਣਾਂ ਦੇ ਖਜ਼ਾਨੇ ਹਰ ਇੱਕ ਦੇ ਅੰਦਰ ਭਰੇ। ਕੋਈ ਦੁਨੀਆ ਦਾ ਐਸਾ ਇਨਸਾਨ ਨਹੀਂ ਜਿਸ ਦੇ ਅੰਦਰ ਰੱਬੀ ਗੁਣਾਂ ਦੇ ਖਜ਼ਾਨੇ ਨਾ ਹੋਣ। ਸੱਚਾਈ, ਦਇਆ, ਪਿਆਰ, ਮੁਹੱਬਤ, ਅਸੀਂ ਰੋਜ਼ ਗੱਲਾਂ ਕਰ ਰਹੇ ਹਾਂ ਕਿ ਹਰ ਇਨਸਾਨ ਦੇ ਅੰਦਰ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਦੁਨੀਆ ਦਾ ਕੋਈ ਇਸਤਰੀ ਪੁਰਸ਼ ਇਹ ਨਹੀਂ ਕਹਿ ਸਕਦਾ ਕਿ ਮੇਰੇ ਵਿੱਚ ਗੁਣ ਨਹੀਂ ਹਨ। ਹਾਂ, ਇਹ ਗੱਲ ਵੱਖਰੀ ਹੈ ਕਿ ਕੋਈ ਗੁਣਾਂ ਨੂੰ ਯੂਜ਼ ਨਾ ਕਰੇ। ਮੈਂ ਗੁਣਾਂ ਨੂੰ ਯੂਜ਼ ਨਹੀਂ ਕਰਦਾ, ਇੱਕ ਮੇਰੀ ਪ੍ਰੋਬਲਮ ਹੈ, ਪਰ ਮੇਰੇ ਅੰਦਰ ਗੁਣ ਤੇ ਹੈ। ਮੈਂ ਚੰਗਾ ਬੰਦਾ ਨਹੀਂ ਹਾਂ, ਇਹ ਮੇਰੀ ਪ੍ਰੋਬਲਮ ਹੈ, ਪਰ ਰੱਬ ਨੇ ਤੇ ਮੈਨੂੰ ਬੰਦਾ ਹੀ ਬਣਾ ਕੇ ਭੇਜਿਆ, ਚੰਗਾ ਹੀ ਬਣਾ ਕੇ ਭੇਜਿਆ। ਮੈਂ ਚੰਗਾ ਨਹੀਂ ਰਿਹਾ ਤਾਂ ਮੇਰੀ ਪ੍ਰੋਬਲਮ ਹੈ। ਚੰਗਾ ਹੋ ਸਕਦਾ ਹਾਂ, ਗੁਣਾਂ ਦਾ ਧਾਰਨੀ ਹੋ ਸਕਦਾ ਹਾਂ। ਅਸੀਂ ਨਿਮਰਤਾ, ਪਿਆਰ ਨੂੰ ਯੂਜ਼ ਕਰ ਸਕਦੇ ਹਾਂ, ਔਰ ਇਹ ਸਾਡੇ ਸਾਰਿਆਂ ਦੇ ਅੰਦਰ ਨੇ। ਕਿੰਨਾ ਸੌਖਾ ਰਾਹ ਹੈ ਨਾ। ਉਸ ਗੁਰੂ ਤੋਂ ਕੁਰਬਾਨ ਜਾਓ, ਉਹਨੂੰ ਧੰਨ ਧੰਨ ਕਹੋ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਇਹਨੂੰ ਭੇਖੀ ਨਹੀਂ ਪੜਨਾ, ਬਿੰਦੀ ਲਗਾ ਕੇ ਭੇਖੀ। ਭੇਖੀ ਦਾ ਮਤਲਬ ਭੇਖ ਧਾਰਨ ਕਰਨ ਨਾਲ, ਭੇਖ ਧਾਰਨ ਕੀਤਿਆਂ। ਸਤਿਗੁਰ ਮਿਲਿਆ ਦਾ ਮਤਲਬ ਸਤਿਗੁਰ ਦੇ ਮਿਲਣ ਕਰਕੇ। ਗੁਰੂ ਨੂੰ ਮਿਲਿਆ ਮਨੁੱਖ ਦੀ ਭੁੱਖ ਦੂਰ ਹੋ ਜਾਂਦੀ ਹੈ, ਤ੍ਰਿਸ਼ਨਾ ਮੁੱਕ ਜਾਂਦੀ ਹੈ, ਵਿਕਾਰਾਂ ਵੱਲ ਦੀ ਭਟਕਣਾ ਖਤਮ ਹੋ ਜਾਂਦੀ ਹੈ। ਭੇਖੀ ਭੁੱਖ ਨਾ ਜਾਏ। ਭੇਖਾਂ ਦੇ ਨਾਲ ਕਦੇ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਕਿ ਭੇਖ ਧਾਰਨ ਕਰ ਲਓ। ਭੇਖ ਧਾਰਨ ਕਰਨ ਦੇ ਨਾਲ ਵਿਕਾਰਾਂ ਦੀ ਤਪਸ਼ ਨਹੀਂ ਮੁੱਕਦੀ। ਭੇਖ ਧਾਰਨ ਕਰਨ ਦੇ ਨਾਲ ਤ੍ਰਿਸ਼ਨਾ ਨਹੀਂ ਮਿਟਦੀ। ਭਾਵੇਂ ਜਿੰਨੇ ਮਰਜ਼ੀ ਲੰਬੇ ਚੋਲੇ ਪਾ ਲਓ, ਕਿਸੇ ਧਰਮ ਦਾ ਪਹਿਨਾਵਾ ਪਹਿਨ ਲਓ, ਕੇਵਲ ਪਹਿਨਾਵਾ ਪਹਿਨਣ ਦੇ ਨਾਲ ਤ੍ਰਿਸ਼ਨਾ ਨਹੀਂ ਮੁੱਕਦੀ, ਵਿਕਾਰ ਨਹੀਂ ਮੁੱਕਦੇ। ਜੇ ਕੇਵਲ ਪਹਿਨਾਵਾ ਪਹਿਨਣ ਦੇ ਨਾਲ ਵਿਕਾਰ ਮੁੱਕਦੇ ਹੁੰਦੇ, ਇਨਸਾਨੀਅਤ ਪੈਦਾ ਹੁੰਦੀ ਤਾਂ ਅੱਜ ਦੀ ਡੇਟ ਦੇ ਅੰਦਰ 4300 ਧਰਮ ਨੇ, ਔਰ ਹਰ ਧਰਮ ਨੂੰ ਮੰਨਣ ਹਾਰੇ ਆਪੋ ਆਪਣੇ ਧਰਮਾਂ ਦੇ ਚਿੰਨ੍ਹ ਔਰ ਪੇਸ਼
ਧਾਰਨ ਕਰਕੇ ਫਿਰ ਰਹੇ ਨੇ, ਲੇਕਿਨ ਤ੍ਰਿਸ਼ਨਾ ਨਹੀਂ ਗਈ, ਕਿਉਂਕਿ ਕੇਵਲ ਬਾਹਰੀ ਭੇਖ ਹੈ, ਵਿਖਾਵਾ ਹੈ। ਤਾਂ ਸਤਿਗੁਰੂ ਦੇ ਮਿਲਣ ਦੇ ਨਾਲ ਭੁੱਖ ਜਾਏਗੀ, ਵਿਖਾਵੇ ਨਾਲ, ਭੇਖਾਂ ਦੇ ਨਾਲ ਨਹੀਂ। ਸਤਿਗੁਰੂ ਦੇ ਮਿਲਣ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ। ਦੁੱਖ ਲੱਗੇ ਘਰ ਘਰ ਫਿਰੈ, ਅੱਗੇ ਦੂਣੀ ਮਿਲੇ ਸਜਾਏ। ਜਿਹੜਾ ਭੇਖੀ ਬੰਦਾ ਹੈ ਉਹਦੀ ਗੱਲ ਕਰਦੇ ਨੇ ਕਿ ਜੋ ਭੇਖੀ ਇਨਸਾਨ ਹੈ, ਭੇਖੀ ਸਾਧੂ ਬਣਿਆ ਹੈ, ਧਾਰਮਿਕ ਕੱਪੜੇ ਪਾਏ ਨੇ, ਘਰ ਘਰ ਫਿਰੇ ਤੇ ਉਹਨੂੰ ਦੁੱਖ ਲੱਗਦਾ ਹੈ ਤੇ ਘਰ ਘਰ ਦੇ ਅੱਗੇ ਫਿਰਦਾ ਹੈ, ਭੀਖ ਮੰਗਦਾ ਫਿਰਦਾ ਹੈ। ਅੱਗੇ ਦੂਣੀ ਮਿਲੇ ਸਜਾਏ, ਅੱਗੇ ਦਾ ਮਤਲਬ ਭਵਿੱਖ ਦੇ ਅੰਦਰ ਵੀ ਉਹਨੂੰ ਦੂਣੀ ਸਜ਼ਾ ਮਿਲਦੀ ਹੈ। ਅੰਦਰੋਂ ਵੀ ਤੰਗ ਹੈ, ਪਰੇਸ਼ਾਨ ਹੈ, ਲੋੜਾਂ ਤੰਗ ਕਰ ਰਹੀਆਂ ਨੇ, ਤੇ ਅੱਗੇ ਵੀ ਸਜ਼ਾ ਮਿਲਦੀ ਹੈ। ਜਿਨ੍ਹਾਂ ਦੇ ਘਰ ਮੰਗਣ ਵਾਸਤੇ ਜਾਂਦਾ ਹੈ ਉਹ ਅੱਗੋਂ ਕਹਿੰਦੇ ਨੇ ਝੋਟੇ ਵਰਗਾ ਹੈ ਬਾਬਾ, ਕਰਕੇ ਖਾਇਆ ਕਰ, ਦਿਹਾੜੀ ਕਰਿਆ ਕਰ, ਝੋਟੇ ਤਰ੍ਹਾਂ ਫਿੱਟਿਆ। ਅੱਗੇ ਵੀ ਸਜ਼ਾ ਮਿਲ ਰਹੀ ਹੈ, ਮਾਨਸਿਕ ਤੌਰ ਤੇ ਵੀ ਦੁਖੀ ਹੈ। ਵਰਤਮਾਨ ਸਮਾਂ ਵੀ ਉਹਦਾ ਦੁੱਖਾਂ ਵਿੱਚ ਬੀਤ ਰਿਹਾ ਹੈ, ਤੇ ਜੇ ਉਹਨੇ ਆਪਣੀ ਜੀਵਨ ਸ਼ੈਲੀ ਨੂੰ ਨਹੀਂ ਬਦਲਿਆ ਤਾਂ ਅੱਗੇ ਆਉਣ ਵਾਲੇ ਭਵਿੱਖ ਦੇ ਅੰਦਰ ਵੀ ਉਹਨੂੰ ਦੁੱਖ ਮਿਲੇਗਾ, ਸਜ਼ਾ ਭੁਗਤੇਗਾ। ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਹੁਣ ਜੋ ਭੇਖੀ ਸਾਧੂ ਹੈ ਨਾ, ਉਹਦੇ ਅੰਦਰ ਸਹਿਜ ਨਹੀਂ ਹੈ। ਸਹਿਜ ਦਾ ਮਤਲਬ ਸ਼ਾਂਤੀ ਨਹੀਂ ਹੈ, ਮਾਨਸਿਕਤਾ ਵਿੱਚ ਸ਼ਾਂਤੀ ਨਹੀਂ ਹੈ। ਸਹਿਜੇ ਹੀ ਲੈ ਖਾਏ, ਜਿਸ ਕਰਕੇ ਕਿਸੇ ਤੋਂ ਸਹਿਜ ਨਾਲ ਹੀ ਜੋ ਕੁਝ ਮਿਲੇ ਲੈ ਕੇ ਖਾ ਲਵੇ। ਯਾਨੀ ਰੱਬੀ ਰਜ਼ਾ ਦੇ ਵਿੱਚ ਜੋ ਮਿਲੇ ਉਹ ਲੈ ਕੇ ਖਾਏ, ਰੱਬੀ ਰਜ਼ਾ ਦੇ ਵਿੱਚ ਜ਼ਿੰਦਗੀ ਜੀਵੇ, ਦਸਾਂ ਨਵਾਂ ਦੀ ਕਿਰਤ ਕਰੇ, ਤੇ ਜੋ ਕੁਛ ਨੂੰ ਮਿਲੇ ਕਿਰਤ ਕਰਕੇ ਉਹਨੂੰ ਉਹ ਖਾ ਲਵੇ। ਐਸੀ ਵੀ ਉਹਦੀ ਜੀਵਨੀ ਨਹੀਂ ਹੈ, ਕਿਉਂਕਿ ਉਹ ਮੰਗਦਾ ਫਿਰਦਾ ਹੈ, ਆਪ ਕਰਕੇ ਖਾਣਾ ਨਹੀਂ ਚਾਹੁੰਦਾ। ਅੰਦਰ ਸਹਿਜ ਹੈ ਨਹੀਂ, ਅੰਦਰ ਸਹਿਜ ਨਾ ਆਇਓ, ਅੰਦਰ ਸ਼ਾਂਤੀ ਨਹੀਂ ਹੈ। ਜੇ ਅੰਦਰ ਸ਼ਾਂਤੀ ਹੋਵੇ, ਸਹਿਜੇ ਹੀ ਲੈ ਖਾਏ, ਤੇ ਸਹਿਜ ਦੇ ਨਾਲ, ਸ਼ਾਂਤੀ ਦੇ ਨਾਲ ਇਸ ਸੰਸਾਰ ਤੋਂ ਲੈ ਕੇ ਦਾ ਮਤਲਬ ਕਿਰਤ ਕਰਕੇ ਆਪਣੇ ਜੀਵਨ ਨੂੰ ਨਿਰਵਾਹ ਕਰੇ, ਖਾਏ। ਮਨਹਟ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਮਨਹਟ ਦਾ ਮਤਲਬ ਮਨ ਦੀ ਜਿੱਦ, ਕਿਸੇ ਕੋਲੋਂ ਮੰਗਣਾ ਔਰ ਆਪਣੇ ਮਨ ਤੇ ਜ਼ੋਰ ਪਾ ਕੇ ਹੋ ਸਕਦਾ ਹੈ ਕਿਸੇ ਕੋਲੋਂ ਲਈ ਹੋਈ ਚੀਜ਼ ਉਹ ਵੀ ਦੁੱਖ ਮਹਿਸੂਸ ਕਰਦਾ ਹੈ। ਮਨ ਦੇ ਹੱਟ ਦੇ ਆਸਰੇ ਭਿੱਖਿਆ ਮੰਗਿਆ, ਦੋਹੀ ਤਰੀ ਕਲੇਸ਼ ਹੀ ਪੈਦਾ ਹੁੰਦਾ ਨਾ। ਮੰਨ ਲਓ ਕੋਈ ਭਿਖਾਰੀ ਤੁਹਾਡੇ ਘਰ ਮੰਗਣ ਵਾਸਤੇ ਜਾ ਰਿਹਾ, ਉਹ ਮੰਗ ਰਿਹਾ ਹੈ ਕਿ ਮੈਨੂੰ ਕੋਈ 4 ਪੈਸੇ ਦਿਓ, ਤੇ ਤੁਸੀਂ ਕਹਿੰਦੇ ਹੋ ਸਾਡੇ ਘਰ ਤੇ ਹੈ ਨਹੀਂ, ਬਾਬਾ ਜਾ ਚਲਾ ਜਾ। ਆਮ ਪਿੰਡਾਂ 'ਚ ਕਹਿੰਦੇ ਨੇ ਬਾਬਾ ਜਾ ਚਲਾ ਜਾ। ਉਹ ਫਿਰ ਕਹਿੰਦਾ ਨਹੀਂ ਸਰਦਾਰ ਜੀ ਜਾਂ ਬਾਬੂ ਜੀ ਜਾਂ ਕੁਛ ਵੀ, 1 ਰੁਪਈਆ ਦੇ ਦਿਓ ਬਾਬੂ ਜੀ, ਭੁੱਖਾ ਹਾਂ, ਪਿਆਸਾ ਹਾਂ। ਘਰ ਵਾਲੇ ਫਿਰ ਝਿੜਕਾਂ ਮਾਰਦੇ ਨੇ। ਤਾਂ ਇਹ ਮਨ ਦੀ ਜਿੱਦ ਹੀ ਹੈ ਨਾ, ਮੰਗਣ ਵਾਲਾ ਵੀ ਦੁਖੀ ਤੇ ਜਿਹੜਾ ਅੱਗੋਂ ਨਹੀਂ ਦੇ ਰਿਹਾ ਉਹ ਵੀ ਦੁਖੀ। ਮਨਹਟ ਜਿਸ ਤੇ ਮੰਗਣਾ, ਮਨ ਦੀ ਜਿੱਦ ਕਰਕੇ ਜਿਹਦੇ ਤੋਂ ਤੁਸੀਂ ਮੰਗ ਰਹੇ ਹੋ, ਲੈਣਾ ਦੁੱਖ ਮਨਾਏ, ਆਪ ਵੀ ਦੁਖੀ ਹੋਣਾ, ਤੇ ਜਿਹੜਾ ਦੇਣ ਵਾਲਾ ਹੈ ਉਹਦੇ ਤੋਂ ਜਿਹੜੀ ਚੀਜ਼ ਲਈ ਹੈ ਉਹ ਵੀ ਦੁਖੀ ਹੋਣਾ। ਜਿਸ ਕਿਸੇ ਪਾਸੋਂ ਵੀ ਉਹ ਮੰਗਦਾ ਹੈ ਉਹ ਆਪਣੀ ਚਿੱਤ ਦੀ ਨਿਰਲਜਤਾ ਦੇ ਨਾਲ ਮੰਗਦਾ ਹੈ, ਔਰ ਲੈਣ ਦੁਆਰਾ ਉਹ ਆਪਣੇ ਦੇਣ ਵਾਲੇ ਨੂੰ ਵੀ ਦੁੱਖ ਪਹੁੰਚਾਉਂਦਾ ਹੈ। ਯਾਨੀ ਇੱਕ ਤੇ ਆਪ ਬੇਸ਼ਰਮ ਹੋਇਆ ਤੇ ਇੱਕ ਦੂਜੇ ਨੂੰ ਦੁੱਖ ਦਿੱਤਾ। ਤੇ ਜੇ ਬੰਦਾ ਆਪਣੀ ਦਸਾਂ ਨਵਾਂ ਦੀ ਕਿਰਤ ਕਮਾਈ ਕਰੇ, ਆਪ ਵੀ ਸੁਖੀ ਤੇ ਦੂਜੇ ਨੂੰ ਵੀ ਦੁਖੀ ਨਹੀਂ ਕਰੇਗਾ। ਇਸ ਭੇਖੈ ਥਾਮੋ ਗਿਰਹੋ ਭਲਾ, ਜਿੱਥੋਂ ਕੋ ਵਰਸਾਏ। ਗੁਰੂ ਜੀ ਕਹਿੰਦੇ ਨੇ ਐਸੇ ਭੇਖੀ ਸਾਧ ਬਣਨ ਨਾਲੋਂ ਗ੍ਰਸਤੀ ਬਣਨਾ ਚੰਗਾ ਹੈ। ਇਸ ਭੇਖ ਨੂੰ ਛੱਡੋ, ਗ੍ਰਸਤੀ ਬਣੋ, ਕਿਰਤ ਕਰੋ। ਜਿੱਥੋਂ ਕੋ ਵਰਸਾਏ, ਵਰਸਾਏ ਦਾ ਮਤਲਬ ਕੰਮ ਸਵਾਰਦਾ ਹੈ। ਇਹੋ ਜਿਹੇ ਭੇਖੀ ਸਾਧੂਆਂ ਦੇ ਨਾਲੋਂ ਗ੍ਰਸਤੀ 100 ਗੁਣਾ ਚੰਗਾ ਹੈ, ਜਿੱਥੋਂ ਕਈ ਲੋਕ ਆਪਣੀ ਆਸ ਪੂਰੀ ਕਰਦੇ ਨੇ। ਜਿੱਥੋਂ ਆਉਣ ਜਾਣ ਵਾਲੇ ਮੁਸਾਫਰ ਨੂੰ ਪਾਣੀ ਮਿਲ ਸਕਦਾ ਹੈ, ਖਾਣਾ ਮਿਲ ਸਕਦਾ ਹੈ, ਨਿਵਾਸ ਮਿਲ ਸਕਦਾ ਹੈ, ਹੋਰ ਕਿੰਨੀਆਂ ਆਸ਼ਾਵਾਂ ਪੂਰੀਆਂ ਹੁੰਦੀਆਂ ਨੇ। ਅਸੀਂ ਇੱਕ ਦੂਜੇ ਦੇ ਨਾਲ ਲੈਣ ਦੇਣ ਕਰਦੇ ਹਾਂ, ਇਸ ਲਈ ਇਹ ਗ੍ਰਸਤ ਭਲਾ ਹੈ, ਐਸੇ ਭੇਖਾਂ ਦੇ ਨਾਲ ਕੁਝ ਸਮਰਨ ਵਾਲਾ ਨਹੀਂ ਹੈ। ਤਾਂ ਗੁਰੂ ਜੀ ਇੱਥੇ ਭੇਖਾਂ ਦਾ ਖੰਡਨ ਕਰਕੇ ਗ੍ਰਸਤ ਦੀ ਮਹਾਨਤਾ ਦਰਸਾ ਰਹੇ ਨੇ, ਔਰ ਭੀਖ ਵਰਤੀ ਜਿਹੜੀ ਹੈ ਇਹਦਾ ਖੰਡਨ ਕਰਦੇ ਨੇ। ਸ਼ਬਦ ਰਤੇ ਤਿਨਾ ਸੋਝੀ ਪਈ, ਦੂਜੇ ਭਰਮ ਭੁਲਾਏ। ਜੋ ਸ਼ਬਦ ਦੇ ਅੰਦਰ ਰੰਗੇ ਜਾਂਦੇ ਨੇ, ਗੁਰੂ ਦੇ ਗਿਆਨ ਵਿੱਚ ਜਿਨ੍ਹਾਂ ਨੇ ਆਪਣੀ ਸੋਚ ਨੂੰ ਰੰਗ ਲਿਆ ਹੈ,
ਸੋਝੀ ਪਈ ਦਾ ਮਤਲਬ ਉਹਨਾਂ ਨੂੰ ਸੂਝ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਨੂੰ ਵਿਵੇਕ ਬੁੱਧ ਮਿਲਦੀ ਹੈ, ਉਹਨਾਂ ਨੂੰ ਕਾਮਨ ਸੈਂਸ ਮਿਲ ਜਾਂਦੀ ਹੈ। ਦੂਜੇ ਭਰਮ ਭੁਲਾਏ, ਪਰ ਜੋ ਗੁਰੂ ਦੇ ਸ਼ਬਦ ਉਪਦੇਸ਼ ਨੂੰ ਛੱਡ ਕੇ ਕਿਤੇ ਦੂਜੇ ਪਾਸੇ ਲੱਗੇ ਹੋਏ ਨੇ, ਉਹ ਭਰਮ ਦੇ ਅੰਦਰ ਪੈ ਰਹਿੰਦੇ ਨੇ, ਭਰਮ ਦੇ ਅੰਦਰ ਭਟਕਦੇ ਰਹਿੰਦੇ ਨੇ, ਜੀਵਨ ਦੇ ਸਹੀ ਰਾਸਤੇ ਤੋਂ ਭੁੱਲੇ ਹੋਏ ਰਹਿੰਦੇ ਨੇ। ਪੈ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਪੈ ਕਰਮ ਦਾ ਮਤਲਬ ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰ ਬਣੇ ਨੇ, ਜੋ ਅਸੀਂ ਪਿੱਛੇ ਸੋਚ ਚੁੱਕੇ ਹਾਂ, ਬੋਲ ਚੁੱਕੇ ਹਾਂ, ਕਰ ਚੁੱਕੇ ਹਾਂ। ਸਾਡੇ ਸੋਚਣ, ਬੋਲਣ, ਕਰਮ ਕਰਨ ਦੇ ਨਾਲ ਸਾਡਾ ਬਿਲੀਫ ਸਿਸਟਮ ਬਣ ਚੁੱਕਾ ਹੈ, ਸਾਡੇ ਅੰਦਰ ਨਿਊਰਨਲ ਪੈਟਰਨ ਬਣ ਗਏ ਨੇ, ਸਾਡਾ ਸੁਭਾਅ ਬਣ ਗਿਆ ਹੈ। ਉਸ ਸੁਭਾਅ ਮੁਤਾਬਕ ਹੀ ਫਿਰ ਅਸੀਂ ਕਰਮ ਕਰਦੇ ਹਾਂ। ਪੈ ਕਿਰਤ ਕਮਾਉਣਾ, ਪਿਛਲੇ ਕੀ ਸੰਸਕਾਰਾਂ ਰਾਹੀਂ ਬਣੇ ਸੁਭਾਅ ਮੁਤਾਬਕ ਕਰਮ ਕਰਦੇ ਨੇ। ਕਹਿਣਾ ਕਛੂ ਨਾ ਜਾਏ, ਤੇ ਇਸ ਬਾਰੇ ਹੋਰ ਕੁਝ ਆਖਿਆ ਵੀ ਨਹੀਂ ਜਾ ਸਕਦਾ। ਹੁਣ ਇਹਦੇ ਬਾਰੇ ਕੀ ਕਹੋਗੇ ਕਿ ਕੋਈ ਜੋਤ ਸੀ, ਕੋਈ ਬਾਬਾ, ਕੋਈ ਦਰਿਆ, ਕੋਈ ਇਹਦੇ ਸੁਭਾਅ ਨੂੰ ਬਦਲ ਸਕਦਾ ਹੈ? ਇਹਦੇ ਬਾਰੇ ਹੋਰ ਕੀ ਕਹੋਗੇ? ਇਹਦੇ ਬਾਰੇ ਇੱਕ ਅਟਲ ਸੱਚਾਈ ਹੈ ਕਿ ਜੈਸੇ ਸੰਸਕਾਰ ਪੈਦਾ ਕਰੋਗੇ ਵੈਸਾ ਸੁਭਾਅ ਬਣਦਾ ਚਲਾ ਜਾਏਗਾ। ਨਾਨਕ ਜੋ ਤਿਸ ਭਾਵੇਂ ਸੇ ਭਲੇ, ਜਿਨ ਕੀ ਪਤ ਪਾਵੇਂ ਥਾਏ। ਗੁਰੂ ਜੀ ਕਹਿੰਦੇ ਨੇ ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਨੇ ਉਹੀ ਚੰਗੇ ਨੇ, ਤੇ ਉਹਨਾਂ ਦੀ ਹੀ ਪਤ ਤੂੰ ਥਾਏ ਪਾਣਾ ਹੈ, ਉਹਨਾਂ ਨੂੰ ਹੀ ਮਾਣ, ਇੱਜ਼ਤ ਔਰ ਸਤਿਕਾਰ ਮਿਲਦਾ ਹੈ। ਮਹਿਲਾ ਤੀਜਾ, ਸਤਿਗੁਰ ਸੇਵੈ ਸਦਾ ਸੁਖ, ਜਨਮ ਮਰਨ ਦੁਖ ਜਾਏ। ਸਤਿਗੁਰ ਸੇਵੈ ਸਦਾ ਸੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਸਦਾ ਹੀ ਸੁਖ ਮਿਲਦਾ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਿਆ ਸਦਾ ਹੀ ਸੁਖ ਮਿਲਦਾ ਹੈ। ਜਨਮ ਮਰਨ ਦੁਖ ਜਾਏ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਦਾ ਦੁੱਖ ਚਲਾ ਜਾਂਦਾ ਹੈ। ਜਨਮ ਤੋਂ ਲੈ ਕੇ ਮਰਨ ਤੱਕ ਦਾ, ਯਾਨੀ ਸਾਰੇ ਜੀਵਨ ਦਾ ਦੁੱਖ ਖਤਮ ਹੋ ਜਾਂਦਾ ਹੈ, ਸਹਿਮ ਖਤਮ ਹੋ ਜਾਂਦਾ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਿਆ ਸदैवी ਸੁਖ ਮਿਲਦਾ ਹੈ, ਔਰ ਜਨਮ ਤੋਂ ਲੈ ਕੇ ਮਰਨ ਤੱਕ ਭਾਵ ਸਾਰੇ ਜੀਵਨ ਦਾ ਦੁੱਖ ਖਤਮ ਹੋ ਜਾਂਦਾ ਹੈ। ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਉਹਨਾਂ ਦੇ ਜੀਵਨ ਵਿੱਚ ਚਿੰਤਾ ਉੱਕਾ ਹੀ ਨਹੀਂ ਹੁੰਦੀ। ਉਹ ਚਿੰਤਾ ਰੋਗ ਦੇ ਸ਼ਿਕਾਰ ਨਹੀਂ ਹੁੰਦੇ, ਉਹ ਮਾਨਸਿਕ ਰੋਗਾਂ ਦੇ ਸ਼ਿਕਾਰ ਨਹੀਂ ਹੁੰਦੇ। ਅਚਿੰਤ ਪ੍ਰਭੂ ਉਹਨਾਂ ਦੇ ਮਨ ਦੇ ਅੰਦਰ ਆ ਵਸਦਾ ਹੈ, ਬੇਫਿਕਰੀ ਦੀ ਅਵਸਥਾ ਉਹਨਾਂ ਦੀ ਬਣੀ ਰਹਿੰਦੀ ਹੈ। ਉਹ ਬੇਫਿਕਰ ਹੁੰਦੇ ਨੇ, ਲਾਪਰਵਾਹ ਨਹੀਂ ਹੁੰਦੇ, ਬੇਪਰਵਾਹ ਹੁੰਦੇ, ਕਿਉਂਕਿ ਅਚਿੰਤ ਚਿੰਤਾ ਤੋਂ ਰਹਿਤ ਜੋ ਪ੍ਰਭੂ ਹੈ ਉਹ ਉਹਨਾਂ ਦੇ ਮਨ ਵਿੱਚ ਵਸਦਾ ਹੈ। ਭਾਵ ਕਿ ਉਹਨਾਂ ਦੀ ਮਾਨਸਿਕਤਾ ਅਚਿੰਤ ਅਵਸਥਾ ਵਿੱਚ ਹੈ, ਉਹ ਚਿੰਤਾ ਤੋਂ ਰਹਿਤ ਨੇ। ਉਹਨਾਂ ਨੂੰ ਸਮਝ ਪੈ ਗਈ ਹੈ ਕਿ ਰੱਬੀ ਰਜ਼ਾ ਦੇ ਅੰਦਰ ਸਭ ਕੁਝ ਵਰਤਦਾ ਹੈ, ਇਸ ਲਈ ਉਹਨਾਂ ਦੇ ਜੀਵਨ ਵਿੱਚ ਚਿੰਤਾ ਨਹੀਂ ਹੁੰਦੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ। ਦੀਆ ਬੁਝਾਏ ਦਾ ਮਤਲਬ ਗੁਰੂ ਨੇ ਇਹ ਸੂਝ ਬਖਸ਼ੀ ਹੈ। ਸਤਿਗੁਰ ਦੀਆ ਬੁਝਾਏ ਦਾ ਮਤਲਬ ਸਤਿਗੁਰ ਨੇ ਗਿਆਨ ਦਿੱਤਾ ਹੈ, ਸੂਝ ਦਿੱਤੀ ਹੈ, ਸਮਝ ਬਖਸ਼ੀ ਹੈ। ਕਿ ਅੰਤਰ ਤੀਰਥ ਗਿਆਨ ਹੈ, ਮਨੁੱਖ ਦੇ ਅੰਦਰ ਹੀ ਗਿਆਨ ਰੂਪੀ ਤੀਰਥ ਹੈ। ਮਨੁੱਖ ਦੇ ਅੰਦਰ ਗਿਆਨ ਰੂਪੀ ਤੀਰਥ ਹੈ। ਉਸ ਗਿਆਨ ਦੇ ਅੰਦਰ ਆਪਣੇ ਆਪ ਨੂੰ ਡੁਬਕੀ ਲਵਾਣੀ ਹੈ, ਆਪਣੀ ਸੋਚ ਨੂੰ। ਦੇਖੋ ਹੁਣ ਕਿੰਨੀ ਗਜਬ ਦੀ ਗੱਲ ਗੁਰੂ ਜੀ ਕਹਿ ਰਹੇ ਨੇ ਕਿ ਹਰ ਇੱਕ ਦੇ ਅੰਦਰ ਗਿਆਨ ਹੈ। ਕੋਈ ਐਸਾ ਬੰਦਾ ਨਹੀਂ ਹੈ ਜਿਹਦੇ ਵਿੱਚ ਗਿਆਨ ਨਹੀਂ, ਲੇਕਿਨ ਗਿਆਨ ਦਾ ਲੋਕ ਮਿਸਯੂਜ਼ ਕਰਦੇ ਨੇ, ਗਿਆਨ ਦੀ ਸਹੀ ਵਰਤੋਂ ਨਹੀਂ ਕਰਦੇ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਗਿਆਨ ਹੀ ਹੈ ਨਾ ਕਿ ਅੰਗੂਰਾਂ ਤੋਂ ਸ਼ਰਾਬ ਬਣਾ ਲੈਂਦਾ ਬੰਦਾ, ਤੇ ਗਿਆਨ ਹੀ ਹੈ ਨਾ ਅੰਗੂਰਾਂ ਤੋਂ ਗਲੂਕੋਜ਼ ਵੀ ਬਣਾ ਲੈਂਦਾ। ਯਾਨੀ ਗਿਆਨ ਦੀ ਵਰਤੋਂ ਅਸੀਂ ਕਿਵੇਂ ਕਰਾਂਗੇ ਇਹਦੇ ਤੇ ਡਿਪੈਂਡ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਹਰ ਇੱਕ ਦੇ ਅੰਦਰ ਗਿਆਨ ਹੈ, ਔਰ ਉਹ ਗਿਆਨ ਹੀ ਤੀਰਥ ਹੈ। ਉਸ ਗਿਆਨ ਦੇ ਅੰਦਰ ਹੀ ਡੁਬਕੀ ਲਾਣੀ ਹੈ, ਗਿਆਨ ਰਾਹੀਂ ਅਸੀਂ ਆਪਣੀ ਮੱਤ ਨੂੰ ਧੋਣਾ ਹੈ। ਇਹ ਗੱਲ ਗੁਰੂ ਨੇ ਸਮਝਾ ਦਿੱਤੀ ਹੈ, ਇਹ ਗੱਲ ਗੁਰੂ ਨੇ ਸਮਝਾ ਦਿੱਤੀ ਹੈ। ਭਰੀਏ ਮੱਤ ਪਾਪਾਂ ਕੈ ਸੰਗ, ਉਹ ਤੋਪੇ ਨਾਵੇਂ ਕੇ ਰੰਗ। ਉਹ ਗਿਆਨ ਦੇ ਨਾਲ ਤੁਪੇਗੀ। ਮੈਲ ਗਈ ਮਨ ਨਿਰਮਲ ਹੋਵਾ, ਅੰਮ੍ਰਿਤ ਸਰ ਤੀਰਥ ਨਾਏ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੀ ਮੈਲ ਚਲੀ ਗਈ, ਉਹਨਾਂ ਦਾ ਮਨ ਨਿਰਮਲ ਹੋ ਗਿਆ। ਤੇ ਅੰਮ੍ਰਿਤਸਰ ਦਾ ਮਤਲਬ ਹੈ ਆਤਮਿਕ ਜੀਵਨ ਦੇਣ ਵਾਲਾ ਸਰੋਵਰ, ਅੰਮ੍ਰਿਤ ਦਾ ਸਰੋਵਰ।
ਅੰਮ੍ਰਿਤ ਦਾ ਸਰੋਵਰ ਦਾ ਮਤਲਬ ਰੱਬੀ ਗੁਣਾਂ ਦਾ ਸਰੋਵਰ। ਤਾਂ ਉਹ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਵਿੱਚ ਨਹਾਉਂਦਾ ਹੈ, ਉਹਦੇ ਮਨ ਦੇ ਵਿਕਾਰਾਂ ਦੀ ਮੈਲ ਜਿਹੜੀ ਹੈ ਦੂਰ ਹੋ ਜਾਂਦੀ ਹੈ ਔਰ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ। ਅੰਦਰ ਹੀ ਹੈ ਤੁਹਾਡੇ ਆਤਮਿਕ ਜੀਵਨ ਦੇਣ ਵਾਲੇ ਗਿਆਨ ਦਾ ਸਰੋਵਰ, ਜਿਹਦੇ ਵਿੱਚ ਇਸ਼ਨਾਨ ਕਰਕੇ, ਗੁਣਾਂ ਵਿੱਚ ਇਸ਼ਨਾਨ ਕਰਕੇ ਮਨ ਨੂੰ ਨਿਰਮਲ ਕਰਦਾ। ਸੱਜਣ ਮਿਲੇ ਸੱਜਣਾ, ਸੱਚੇ ਸ਼ਬਦ ਸੁਭਾਏ। ਇੱਥੇ ਸੱਜਣ ਦਾ ਮਤਲਬ ਹੈ ਪ੍ਰਭੂ, ਮਿਲੇ ਸੱਜਣਾ ਦਾ ਮਤਲਬ ਸੱਜਣਾ ਨੂੰ, ਸੇਵਕਾਂ ਨੂੰ। ਸੱਚੇ ਸ਼ਬਦ ਸੁਭਾਏ, ਸੱਚੇ ਸ਼ਬਦ ਸੁਭਾਏ ਦਾ ਮਤਲਬ ਸਤਿਗੁਰ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਸਤਸੰਗੀ ਜਨਾਂ ਨੂੰ, ਰੱਬ ਦੇ ਪਿਆਰਿਆਂ ਨੂੰ ਸੱਜਣ ਪ੍ਰਭੂ ਆਪ ਆ ਮਿਲਦਾ ਹੈ। ਸੱਜਣ ਮਿਲੇ ਦਾ ਮਤਲਬ ਰੱਬ ਮਿਲਦਾ ਹੈ, ਸੱਜਣਾ ਦਾ ਮਤਲਬ ਆਪਣੇ ਪਿਆਰਿਆਂ ਨੂੰ, ਸੱਚੇ ਸ਼ਬਦ ਸੁਭਾਏ ਦਾ ਮਤਲਬ ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਦੇ ਨਾਲ ਸੱਜਣ ਪ੍ਰਭੂ ਆਪਣੇ ਪਿਆਰਿਆਂ ਨੂੰ, ਗੁਰੂ ਦੇ ਦਾਸਾਂ ਨੂੰ ਆਪ ਆ ਮਿਲਦਾ ਹੈ। ਪਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਪਰਚਾ ਦਾ ਮਤਲਬ ਹੈਗਾ ਪਰਚੇ, ਹਿੰਦੀ ਵਿੱਚ ਕਹਿੰਦੇ ਨੇ ਪਰਚੇ। ਪਰਚੇ ਦਾ ਮਤਲਬ ਹੁੰਦਾ ਹੈ ਜਾਣ ਪਛਾਣ। ਪਰਚਾ ਦਾ ਮਤਲਬ ਜਾਣ ਪਛਾਣ, ਵਾਕਫੀ, ਯਾਨੀ ਗਿਆਨ। ਹਿਰਦੇ ਰੂਪ ਘਰ ਵਿੱਚ ਹੀ ਉਹਨਾਂ ਨੂੰ ਪ੍ਰਭੂ ਦੇ ਨਾਲ ਜੁੜਨ ਦੀ ਵਾਕਫੀ ਮਿਲ ਜਾਂਦੀ ਹੈ ਔਰ ਉਹਨਾਂ ਦਾ ਪ੍ਰਭੂ ਦੇ ਨਾਲ ਪਰਚਾ ਪੈ ਜਾਂਦਾ ਹੈ, ਮਿਲਾਪ ਹੋ ਜਾਂਦਾ। ਜੋਤੀ ਜੋਤ ਮਿਲਾਏ ਦਾ ਮਤਲਬ ਪ੍ਰਭੂ ਦੀ ਜੋਤ ਦੇ ਅੰਦਰ ਉਹਨਾਂ ਦੀ ਜੋਤ ਮਿਲ ਜਾਂਦੀ। ਹੁਣ ਪ੍ਰਭੂ ਦੀ ਜੋਤ ਵਿੱਚ ਜੋਤ ਮਿਲਣਾ ਕਿ ਇਹ ਨਹੀਂ ਕਿ ਅੰਦਰੋਂ ਦੀਵੇ ਦੀ ਲਾਟ ਨਿਕਲ ਕੇ ਦੂਜੀ ਲਾਟ ਵਿੱਚ ਆ ਮਿਲਦੀ, ਐਵੇਂ ਦੀ ਜੋਤ ਨਹੀਂ। ਇੱਥੇ ਜੋਤ ਦਾ ਮਤਲਬ ਹੈ ਸੋਚ। ਸਾਡੀ ਜੋ ਸੋਚ ਹੈ ਉਹ ਰੱਬ ਦੀ ਸੋਚ ਦੇ ਵਿੱਚ ਮਿਲ ਜਾਂਦੀ ਹੈ ਤੇ ਬੰਦਾ ਰੱਬ ਵਰਗਾ ਹੋ ਜਾਂਦਾ। ਸੋਚ ਹੀ ਬਦਲਣੀ ਹੈ ਨਾ, ਸੋਚ ਕਰਕੇ ਹੀ ਅਸੀਂ ਰੱਬ ਨਾਲ ਟੁੱਟੇ ਹਾਂ। ਸੋਚ ਹੀ ਸਾਨੂੰ ਝੂਠ ਦੇ ਨਾਲ ਜੋੜ ਰਹੀ ਹੈ ਤੇ ਸੋਚ ਨੇ ਹੀ ਸੱਚੀ ਹੋ ਜਾਣਾ ਹੈ। ਇਸ ਲਈ ਹਿਰਦੇ ਘਰ ਦੇ ਵਿੱਚ ਹੀ ਉਹਨਾਂ ਨੂੰ ਗਿਆਨ ਮਿਲ ਗਿਆ, ਮਿਲਾਪ ਹੋ ਗਿਆ। ਹਿਰਦੇ ਘਰ ਦੇ ਵਿੱਚ ਅਸੀਂ ਕਿਵੇਂ ਪਰਚਾ ਪਾਣਾ ਹੈ, ਇਸ ਚੀਜ਼ ਦਾ ਗਿਆਨ ਮਿਲ ਗਿਆ, ਵਾਕਫੀ ਮਿਲ ਗਈ ਤੇ ਉਹਨਾਂ ਨੇ ਆਪਣੀ ਸੋਚ ਨੂੰ ਰੱਬੀ ਸੋਚ ਦੇ ਵਿੱਚ ਮਿਲਾ ਦਿੱਤਾ। ਪਾਖੰਡ ਜਮਕਾਲ ਨਾ ਛੋੜਈ, ਲੈ ਜਾਸੀ ਪਤ ਗਵਾਏ। ਇੱਥੇ ਪਾਖੰਡ ਦਾ ਮਤਲਬ ਪਖੰਡ ਦੇ ਨਾਲ, ਪਖੰਡ ਕੀਤਿਆਂ। ਜਮਕਾਲ ਦਾ ਮਤਲਬ ਮੌਤ, ਆਤਮਿਕ ਮੌਤ। ਪਖੰਡ ਕੀਤਿਆਂ ਆਤਮਿਕ ਮੌਤ ਨਹੀਂ ਛੱਡਦੀ। ਪਖੰਡ ਕਰਨ ਨਾਲ ਬੰਦਾ ਆਤਮਿਕ ਮੌਤ ਤੇ ਮਰਨੋਂ ਨਹੀਂ ਬਚਦਾ। ਪਖੰਡ ਹੀ ਤਾਂ ਆਤਮਿਕ ਮੌਤ ਦੇ ਕਾਰਨ ਨੇ। ਪਖੰਡ ਕਰਕੇ ਬੰਦਾ ਬਾਹਰੋਂ ਧਰਮੀ ਦਿਸਦਾ ਹੈ ਪਰ ਅੰਦਰੋਂ ਧਰਮੀ ਹੁੰਦਾ ਨਹੀਂ। ਇਹ ਤੇ ਆਤਮਿਕ ਮੌਤ ਦਾ ਕਾਰਨ ਹੈ। ਲੈ ਜਾਸੀ ਪਤ ਗਵਾਏ ਦਾ ਮਤਲਬ ਇਹਨੂੰ ਇੱਜ਼ਤ ਗਵਾ ਕੇ ਲੈ ਜਾਏਗਾ। ਕੌਣ ਲੈ ਜਾਏਗਾ? ਜਮਕਾਲ। ਜਮਕਾਲ ਦਾ ਮਤਲਬ ਆਤਮਿਕ ਮੌਤ। ਜੋ ਬੰਦਾ ਪਖੰਡ ਕਰੇਗਾ ਉਹਨੂੰ ਆਤਮਿਕ ਮੌਤ ਮਰਨਾ ਪਵੇਗਾ ਔਰ ਉਹਦੀ ਪੱਤ ਵੀ ਗਵਾਚ ਜਾਏਗੀ, ਉਹਨੂੰ ਇੱਜ਼ਤ ਵੀ ਨਹੀਂ ਮਿਲੇਗੀ। ਇੱਜ਼ਤ ਵੀ ਚਲੀ ਗਈ, ਇਨਸਾਨੀਅਤ ਵੀ ਚਲੀ ਗਈ ਔਰ ਜੀਵਨ ਦੇ ਅੰਦਰ ਦੁੱਖ ਵੀ ਰਹਿ। ਕਾਹਦੇ ਕਰਕੇ? ਪਖੰਡ ਕਰਕੇ। ਨਾਨਕ ਨਾਮ ਰੱਤੇ ਸੇ ਉਭਰੇ, ਸੱਚੇ ਸਿਉ ਲਿਵ ਲਾਏ। ਨਾਮ ਦਾ ਮਤਲਬ ਨਾਮ ਵਿੱਚ, ਰੰਗੇ ਦਾ ਮਤਲਬ, ਰੱਤੇ ਦਾ ਮਤਲਬ ਰੰਗੇ ਗਏ। ਜੋ ਰੱਬੀ ਹੁਕਮ ਦੇ ਅੰਦਰ ਰੰਗੇ ਗਏ, ਜਿਨ੍ਹਾਂ ਨੇ ਰੱਬੀ ਗੁਣਾਂ ਦੇ ਨਾਲ ਪ੍ਰੀਤ ਲਾਈ। ਸੱਚੇ ਸਿਉ ਲਿਵ ਲਾਏ, ਜਿਨ੍ਹਾਂ ਨੇ ਸੱਚੇ ਦੇ ਨਾਲ ਲਗਨ ਲਗਾ ਲਈ। ਉਭਰੇ ਦਾ ਮਤਲਬ ਉਹ ਲੋਕ ਬਚ ਗਏ ਜਿਨ੍ਹਾਂ ਨੇ ਸੱਚੇ ਪ੍ਰਭੂ ਨਾਲ ਆਪਣੀ ਲਗਨ ਲਗਾਈ, ਜੋ ਰੱਬੀ ਹੁਕਮ ਦੇ ਅੰਦਰ, ਰੱਬੀ ਗੁਣਾਂ ਦੇ ਅੰਦਰ ਰੰਗੇ ਗਏ, ਆਪਣੀ ਸੋਚ ਨੂੰ ਰੰਗ ਲਿਆ। ਉਹ ਲੋਕ ਵਿਕਾਰਾਂ ਤੋਂ, ਆਤਮਿਕ ਮੌਤ ਤੋਂ ਔਰ ਦੁੱਖਾਂ ਤੋਂ ਬਚ ਗਏ। ਪੌੜੀ। ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਤਿਤ ਜਾਏ ਬਹੁ ਸਤ ਸੰਗਤੀ, ਉਸ ਸਤ ਸੰਗਤ ਵਿੱਚ ਜਾ ਕੇ ਬੈਠੋ ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਬਿਲੋਈਏ ਦਾ ਮਤਲਬ ਰਿੜਕੀ ਦਾ ਹੈ, ਜਿਵੇਂ ਦੁੱਧ ਰਿੜਕੀ ਦਾ ਹੈ। ਰਿੜਕਣ ਦਾ ਮਤਲਬ ਵਿਚਾਰਨਾ। ਜਿੱਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ ਉੱਥੇ ਜਾ ਕੇ ਬੈਠੋ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਗੁਣ। ਜਿੱਥੇ ਰੱਬੀ ਗੁਣਾਂ ਦੀ, ਰੱਬੀ ਹੁਕਮ ਦੀ ਵਿਚਾਰ ਹੁੰਦੀ ਹੈ ਉਸ ਸੱਚੀ ਸੰਗਤ ਦੇ ਅੰਦਰ ਜਾ ਕੇ ਬੈਠੋ। ਸਹਿਜੇ ਹੀ ਹਰ ਨਾਮ ਲਿਹੋ, ਹਰ ਤਤ ਨਾ ਖੋਈਐ। ਸਹਿਜੇ ਦਾ ਮਤਲਬ ਅਡੋਲਤਾ ਵਿੱਚ, ਟਿਕੇ ਹੋਏ ਮਨ ਦੇ ਨਾਲ। ਤਤ ਦਾ ਮਤਲਬ ਅਸਲੀ ਚੀਜ਼। ਤਾਂ ਮਨ ਟਿਕਾ ਕੇ
ਹਰ ਨਾਮ ਲਿਹੋ ਦਾ ਮਤਲਬ ਰੱਬ ਦੀ ਸਿਫਤ ਸਲਾਹ ਕਰੋ। ਹਰ ਤਤ ਨਾ ਖੋਈਏ, ਜਾਂ ਜਿਸ ਕਰਕੇ ਤਤ ਖੁੱਸ ਨਾ ਜਾਏ, ਤਤ ਗੁਆਚ ਨਾ ਜਾਏ, ਕੋਈ ਖੋ ਨਾ ਲੈ, ਖੁੱਸ ਨਾ ਜਾਏ, ਗੁਆਚ ਨਾ ਜਾਏ। ਸਹਿਜੇ ਹੀ ਹਰ ਨਾਮ ਲਿਹੋ, ਸਹਿਜੇ ਹੀ ਦਾ ਮਤਲਬ ਆਤਮਿਕ ਅਡੋਲਤਾ ਦੇ ਅੰਦਰ ਟਿਕ ਕੇ ਰੱਬ ਦੀ ਸਿਫਤ ਸਲਾਹ ਕਰੋ, ਮਨ ਬਚਨ ਔਰ ਕਰਮ ਦੇ ਧਾਰਨੀ ਹੋ ਕੇ। ਇਸ ਤਰ੍ਹਾਂ ਕਰਨ ਦੇ ਨਾਲ ਜੋ ਤੱਤ ਹੈ ਨਾ, ਜੋ ਸੱਚਾਈ ਹੈ, ਅਸਲੀਅਤ ਹੈ, ਉਹ ਗੁਆਚੇਗੀ ਨਹੀਂ, ਅਸਲੀਅਤ ਤੁਹਾਡੇ ਪੱਲੇ ਪੈ ਜਾਏਗੀ। ਨਿਤ ਜਪਿਓ ਹਰ ਹਰ ਦਿਨਸ ਰਾਤ, ਹਰ ਦਰਗਾਹ ਢੋਈਐ, ਢੋਈਐ ਦਾ ਮਤਲਬ ਢੋਈ ਮਿਲੇਗੀ, ਜਪਿਓ ਦਾ ਮਤਲਬ ਜਾਣੋ, ਸਾਂਝ ਪਾਓ। ਨਿਤ ਜਪਿਓ ਹਰ ਹਰ ਦਿਨਸ ਰਾਤ, ਕਿ ਹਰ ਵੇਲੇ ਦਿਨ ਰਾਤ ਰੱਬ ਦੀ ਸਿਫਤ ਸਲਾਹ ਕਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਰੱਬੀ ਰਜਾ ਵਿੱਚ ਤੁਰੋ। ਹਰ ਦਰਗਾਹ ਢੋਈਏ, ਫਿਰ ਤੁਹਾਨੂੰ ਰੱਬੀ ਦਰਗਾਹ ਦੇ ਵਿੱਚ ਢੋਈ ਮਿਲੇਗੀ, ਰੱਬੀ ਦਰਗਾਹ ਵਿੱਚ ਪ੍ਰਵਾਨ ਹੋਵੋਗੇ, ਭਾਵ ਰੱਬ ਦੇ ਅੰਦਰ ਸਮਾ ਜਾਓਗੇ। ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖ ਹੋਈ ਹੈ। ਲਿਲਾਟ ਦਾ ਮਤਲਬ ਮੱਥੇ ਤੇ, ਮੱਤ ਵਿੱਚ। ਉਹ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ ਜਿਸ ਦੇ ਮੱਥੇ ਤੇ, ਮੱਥੇ ਦੇ ਮੀਨਸ ਜਿਹਦੀ ਮੱਤ ਵਿੱਚ, ਮਨ ਵਿੱਚ ਲੇਖ ਲਿਖੇ ਨੇ, ਭਾਵ ਸੰਸਕਾਰ ਨੇ, ਜਿਸ ਦੇ ਅੰਦਰ ਸ਼ੁਰੂ ਤੋਂ ਹੀ ਜਿਸ ਦੇ ਅੰਦਰ ਮਿਲਾਪ ਦੇ ਸੰਸਕਾਰ ਲਿਖੇ ਨੇ, ਉਹ ਪੂਰੇ ਸਤਿਗੁਰੂ ਨੂੰ ਪਾ ਲੈਂਦਾ। ਤਿਸ ਗੁਰ ਕੋ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈਏ। ਗਲੋਈਏ ਦਾ ਮਤਲਬ ਆਖਦਾ ਹੈ, ਗਾਲ ਦਾ ਮਤਲਬ ਗੱਲ। ਸਾਰੇ ਉਸ ਗੁਰੂ ਨੂੰ ਸਿਰ ਨਿਵਾਓ, ਨਮਸਕਾਰ ਕਰੋ ਦਾ ਮਤਲਬ ਸਿਰ ਨਿਵਾਓ, ਉਹਦੇ ਹੁਕਮ ਵਿੱਚ ਤੁਰੋ, ਉਹਦੀ ਸਿਫਤ ਸਲਾਹ ਕਰੋ। ਜਿਨ ਹਰ ਕੀ ਹਰ ਗਾਲ ਗਲੋਈਏ, ਜਿਹਨੇ ਰੱਬ ਦੀਆਂ ਗੱਲਾਂ ਕੀਤੀਆਂ ਨੇ, ਜਿਹਨੇ ਰੱਬ ਦੀਆਂ ਗੱਲਾਂ ਕਰਨੀਆਂ ਸਿਖਾਈਆਂ ਨੇ, ਜਿਹਨੇ ਰੱਬ ਦੀ ਸਿਫਤ ਸਲਾਹ ਕੀਤੀ ਹੈ, ਜੋ ਸਾਨੂੰ ਰੱਬ ਦੀ ਸਿਫਤ ਸਲਾਹ ਦੇ ਨਾਲ ਜੋੜਦਾ ਹੈ, ਉਸ ਗੁਰੂ ਨੂੰ ਨਮਸਕਾਰ ਕਰੋ, ਉਸ ਗੁਰੂ ਦੇ ਚਰਨਾਂ ਦੀ ਸ਼ਰਨ ਲਓ, ਜੋ ਰੱਬ ਦੇ ਗੁਣਾਂ ਨਾਲ, ਰੱਬੀ ਰਜਾ ਦੇ ਨਾਲ ਜੋੜਦਾ ਹੈ। ਤੇ ਜਿਹੜੇ ਲੋਕ ਕਰਮ ਕਾਂਡਾਂ ਦੇ ਨਾਲ ਜੋੜਦੇ ਨੇ, ਪਾਪਾਂ ਵਿਕਾਰਾਂ ਦੇ ਨਾਲ ਜੋੜਦੇ ਨੇ, ਉਹਨਾਂ ਦੀ ਸੰਗਤ ਭੁੱਲ ਕੇ ਵੀ ਕਰਨ ਦਾ ਯਤਨ ਨਾ ਕਰੋ, ਕਿਉਂਕਿ ਸਾਡੇ ਅੰਦਰ ਫਿਰ ਮਾੜੇ ਸੰਸਕਾਰ ਪੈਦਾ ਹੋ ਜਾਣਗੇ। ਇਸ ਲਈ ਗੁਰੂ ਦੀ ਸੰਗਤ ਕਰੋ, ਗੁਰੂ ਦੇ ਦੱਸੇ ਰਾਹਾਂ ਤੇ ਤੁਰੋ, ਉਸ ਗੁਰੂ ਦੇ ਨਾਲ ਜੁੜੋ ਜੋ ਸਾਨੂੰ ਰੱਬ ਦੇ ਨਾਲ ਜੋੜਦਾ ਹੈ, ਰੱਬੀ ਗੁਣਾਂ ਨਾਲ ਜੋੜਦਾ ਹੈ, ਰੱਬੀ ਹੁਕਮ ਦੀ ਸੂਝ ਬਖਸ਼ਦਾ ਹੈ, ਔਰ ਰੱਬੀ ਹੁਕਮ ਵਿੱਚ ਚੱਲ ਕੇ ਅਸੀਂ ਰੱਬ ਵਰਗੇ ਹੀ ਹੋ ਜਾਂਦੇ ਹਾਂ। ਐਸੇ ਗੁਰੂ ਦੇ